ਵਾਹਿਗੁਰੂ ਜੀ। ਇਹ ਪਰ ਦੋ ਤਨ ਹੰਤਾ ਮਮਤਾ, ਤਿਆਗੇ ਤੇ ਆਤਮ ਲਖ ਲੇਤ। ਮਨ ਕੋ ਇੰਦਰੈ ਸੰਗ ਸੰਬੰਧਜ, ਇਹ ਬੰਧਨ ਅਤਿਸ਼ੈ ਦੁਖ ਦੇਤ। ਇਹ ਪਰ ਦੋ ਤਨ ਹੰਤਾ ਮਮਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ, ਚਵਰ ਤਖਤ ਛਤਰ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਹਾਜ਼ਰ ਨਾਜ਼ਰ ਵਾਲੀਏ ਦੋ ਜਹਾਂ, ਸਮਰੱਥ ਪ੍ਰਤੱਖ ਸਤਿਗੁਰੂ, ਧੰਨ 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 ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਸਾਹਿਬਾਂ ਸਤਿਗੁਰਾਂ ਦੀ ਅਪਰਿਅਪਾਰ ਕਿਰਪਾ ਰਹਿਮਤ ਬਖਸ਼ ਦਾ ਸਦਕਾ, ਸ਼੍ਰੀ ਕਲਗੀਧਰ ਜੀ, ਸ਼੍ਰੀ ਦਸ਼ਮੇਸ਼ ਪਿਤਾ ਜੀ, ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼, ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ, ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ, ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ, ਧੰਨਤਾ ਦੇ ਯੋਗ ਹੋ, ਜਿਨ੍ਹਾਂ 'ਤੇ ਸਾਹਿਬਾਂ ਕਿਰਪਾ ਕੀਤੀ। ਗੁਰੂ ਬਖਸ਼ੇ ਉਦਮ ਉਪਰਾਲੇ ਦੁਆਰਾ ਆਪ ਜੀ ਨੇ ਸਾਹਿਬਾਂ ਦੇ ਚਰਨ ਪਰਸੇ ਹਨ, ਹਾਜ਼ਰੀ ਭਰੀ ਹੈ। ਸਤਿਗੁਰੂ ਪਾਤਸ਼ਾਹ ਦੇ ਪਾਵਨ ਅਸਥਾਨ 'ਤੇ ਲੜੀਵਾਰ ਸਤਿਗੁਰੂ ਦੇ ਜੀਵਨ ਬਿਰਤਾਂਤ, ਗੁਰ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ। ਪੰਚਮ ਪਾਤਸ਼ਾਹ ਗੁਰਦੇਵ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ, ਧੰਨ 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 ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੋਂ ਚਾਲਾ ਪਾ ਕੇ ਆਪਣੇ ਵੱਡੇ ਭਰਾਤਾ ਬਾਬਾ ਮਹਾਦੇਵ ਜੀ ਦੇ ਸਮੇਤ ਗੋਂਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ ਪਹੁੰਚੇ, ਜਿੱਥੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਜੋਤੀ ਜੋਤ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਿੱਖ ਸੰਗਤਾਂ ਦਾ ਬੜਾ ਭਾਰੀ ਇਕੱਠ ਹੋਇਆ। ਮੇਲੇ ਦੀ ਸਮਾਪਤੀ ਤੋਂ ਉਪਰੰਤ ਸਿੱਖ ਸੰਗਤਾਂ ਆਪਣੇ ਆਪਣੇ ਨਗਰਾਂ ਨੂੰ ਚਾਲਾ ਪਾ ਗਈਆਂ। ਗੁਰੂ ਪਾਤਸ਼ਾਹ ਮਹਾਰਾਜ ਜੀ ਗੋਂਦਵਾਲ ਸਾਹਿਬ ਦੀ ਧਰਤੀ 'ਤੇ ਰਹਿ ਕਰਕੇ ਹੀ ਨਾਮ ਬਾਣੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਨੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪੋਤਰੇ ਔਰ ਸਾਹਿਬਾਂ ਦੇ ਸਾਹਿਬਜ਼ਾਦੇ, ਹੋਰ ਪਰਿਵਾਰ ਦੇ ਮੈਂਬਰ ਸੰਗਤ 'ਚ ਬੈਠ ਕੇ ਲਾਹਾ ਲੈਂਦੇ ਹਨ। ਆਤਮ ਗਿਆਨ ਦੀ ਚਰਚਾ ਵਿਚਾਰ ਚੱਲਦੀ ਹੈ। ਬਾਬਾ ਮਹਾਦੇਵ ਜੀ ਨੂੰ ਅਨੁਭਵ ਹੋਇਆ, ਆਪਣਾ ਅਗਲਾ ਸਮਾਂ ਨੇੜੇ ਆਇਆ ਜਾਣਿਆ। ਗੁਰੂ ਪਾਤਸ਼ਾਹ ਦੇ ਹਜ਼ੂਰ ਬੇਨਤੀ ਕੀਤੀ, ਮਹਾਰਾਜ ਮੈਂ ਆਪ ਜੀ ਨੂੰ ਭਰਾਤਾ ਭਰਾ ਹੀ ਸਮਝਦਾ ਰਿਹਾ ਹਾਂ। ਇੱਥੇ ਆ ਕੇ ਪਤਾ ਲੱਗਾ ਗੋਂਦਵਾਲ ਸਾਹਿਬ ਦੀ ਧਰਤੀ 'ਤੇ ਆਪ ਕਿੰਨੇ ਮਹਾਨ ਪਰਉਪਕਾਰੀ ਮਹਾਂਪੁਰਖ ਹੋ, ਜੋ ਬੇਅੰਤ ਜੀਵਾਂ ਨੂੰ ਆਤਮ ਦਾਨ, ਆਤਮ ਗਿਆਨ, ਆਤਮ ਬੋਧ ਬਖਸ਼ਿਸ਼ ਕਰਦੇ ਹੋ। ਸਰੀਰ ਛੱਡਣ ਤੋਂ ਪਹਿਲਾਂ ਪਹਿਲਾਂ ਆਤਮ ਸਵੈ ਸਰੂਪ ਦੀ ਲਖਤਾ ਹੋ ਜਾਏ, ਕਿਰਪਾ ਕਰੋ। ਤਾਂ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਬਾਬਾ ਮਹਾਦੇਵ ਜੀ ਦੇ ਤਾਈਂ ਆਤਮ ਗਿਆਨ ਦੇ ਸੰਬੰਧ ਵਿੱਚ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਜੋ ਆਪ ਜੀ ਨੇ ਸਰਵਣ ਕੀਤਾ ਸੀ। ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਮੁੱਖ ਮੰਡਲ ਦੁਆਰਾ ਉਚਾਰਨ ਕੀਤਾ। ਸੋ ਹੀ ਰਾਗ ਦੀ ਵਾਰ ਦਾ 11ਵੀਂ ਪੌੜੀ ਦਾ ਪਹਿਲਾ ਸਲੋਕ ਕਿ ਆਤਮਾ ਦਾ ਇੱਕ ਸਮਝੋ ਸਰੋਵਰ ਹੈ,
ਉਹ ਸਰੋਵਰ ਬੜਾ ਡੂੰਘਾ ਹੈ, ਨੀਵਾਂ ਹੈ। ਉਸ ਆਤਮ ਸਰੋਵਰ ਦੇ ਵਿੱਚ ਵਿਸ਼ਿਆਂ ਵਿਕਾਰਾਂ ਦਾ ਕੱਟਾ ਮਿੱਟੀ ਛੱਪੜ ਦੇ ਜਾਲੇ ਦੀ ਤਰ੍ਹਾਂ ਪੈਂਦਾ ਰਹਿੰਦਾ ਹੈ, ਜਿਸ ਕਰਕੇ ਆਤਮਾ ਰੂਪੀ ਵਸਤੂ ਹੱਥ ਨਹੀਂ ਆਉਂਦੀ। ਜੀਵ ਆਤਮ ਗਿਆਨ ਤੋਂ ਸਵੈ ਸਰੂਪ ਦੀ ਲਖਤਾ ਤੋਂ ਬਿਨਾਂ ਹੀ ਪਰਲੋਕ ਨੂੰ ਗਮਨ ਕਰ ਜਾਂਦਾ, ਜਿਸ ਕਰਕੇ ਆਵਾਗਮਨ ਦੇ ਚੱਕਰ ਵਿੱਚ ਪੈਂਦਾ ਭਟਕਦਾ ਹੈ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਣ ਲੱਗੇ ਹਨ, ਜਦੋਂ ਬਾਬਾ ਮਹਾਦੇਵ ਨੇ ਸਵਾਲ ਕੀਤਾ, ਉਪਦੇਸ਼ੋ ਇਹ ਆਤਮ ਕੋ ਹੈ, ਕਿਮ ਬੰਧਨ ਮੈਂ ਦੁੱਖ ਗਨ ਧਾਰ। ਮਹਾਰਾਜ ਉਪਦੇਸ਼ ਦੇਵੋ ਕਿ ਆਤਮਾ ਕੀ ਵਸਤੂ ਹੈ, ਆਤਮਾ ਕੌਣ ਹੁੰਦਾ ਹੈ, ਆਤਮਾ ਕੀ ਹੈ, ਇਹ ਆਤਮਾ ਬੰਧਨਾਂ ਵਿੱਚ ਕਿਵੇਂ ਪੈਂਦਾ ਹੈ, ਦੁੱਖਾਂ ਸੁੱਖਾਂ ਨੂੰ ਕਿਵੇਂ ਧਾਰਨ ਕਰਦਾ ਹੈ, ਇਹ ਆਤਮਾ ਕਿਵੇਂ ਸੁੱਖ ਪ੍ਰਾਪਤ ਕਰ ਸਕਦਾ ਹੈ, ਜਗਤ ਦੇ ਬੰਧਨ ਕਿਵੇਂ ਸੜ ਸਕਦੇ ਹਨ। ਇਹ ਬਹੁਤ ਸਾਰੇ ਸਵਾਲ ਸਨ, ਪ੍ਰਸ਼ਨ ਸਨ, ਜੋ ਬਾਬਾ ਮਹਾਦੇਵ ਦੇ ਹਿਰਦੇ ਵਿੱਚੋਂ ਉੱਠੇ। ਜਦੋਂ ਕਿਸੇ ਦੇ ਹਿਰਦੇ ਵਿੱਚੋਂ ਸਵਾਲ ਪੈਦਾ ਹੋਵੇ, ਉਸੇ ਨੂੰ ਹੀ ਸੱਚਾ ਅਤੇ ਸੁੱਚਾ ਜਗਿਆਸੂ ਆਖਿਆ ਜਾਂਦਾ ਹੈ। ਇਸੇ ਸ਼ੈ ਦਾ ਨਾਮ ਹੀ ਜਗਿਆਸਾ ਭਾਵ ਹੈ। ਇੱਕ ਤਾਂ ਹੁੰਦਾ ਹੈ ਕਿ ਕੇਵਲ ਰਸ ਲੈਣ ਵਾਸਤੇ, ਕੰਨ ਰਸ ਵਾਸਤੇ ਗੱਲਬਾਤ ਸ਼ੁਰੂ ਕਰਨੀ। ਇੱਕ ਹੁੰਦਾ ਥੋੜ੍ਹਾ ਬਹੁਤਾ ਪਤਾ ਹੋਣਾ ਅਤੇ ਅਗਲੇ ਨੂੰ ਜਾਣ ਬੁੱਝ ਕੇ ਪੁੱਛਣਾ ਕਿ ਭਲਾ ਇਹਨੂੰ ਪਤਾ ਜਾਂ ਨਹੀਂ ਪਤਾ। ਇੱਕ ਹੁੰਦਾ ਹੈ ਹਿਰਦੇ ਦੀ ਭਾਵਨਾ ਤੋਂ, ਸ਼ਰਧਾ ਤੋਂ ਆਪਣੇ ਆਪ ਨੂੰ ਅਗਿਆਨੀ ਬੇਸਮਝ ਮੰਨ ਕਰਕੇ ਗੁਰਮੁਖਾਂ ਮਹਾਂਪੁਰਖਾਂ ਦੇ ਸਮਕਸ਼ ਬੇਨਤੀ ਕਰਨੀ, ਕਿਰਪਾ ਕਰਕੇ ਸਮਝਾਓ। ਐਸੀ ਭਾਵਨਾ ਵਾਲੇ ਨੂੰ ਸੱਚਾ ਜਗਿਆਸੂ ਆਖਿਆ ਜਾਂਦਾ। ਉਹ ਗੁਰਮੁਖ ਜਗਿਆਸੂ ਜਿਹਦੇ ਮਨ ਵਿੱਚ ਕੁਝ ਜਗਿਆਸਾ, ਕੁਛ ਜਾਣਨ ਦੀ ਭਾਵਨਾ ਪੈਦਾ ਹੋ ਜਾਏ। ਉਹ ਜਾਣਨਾ ਕੀ ਹੈ? ਆਤਮ ਵਸਤੂ। ਸੋ ਉਹ ਆਤਮਾ ਬ੍ਰਹਮ ਦੀ ਅੰਸ਼ ਹੈ। ਤਾਂ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਭਰਾਤਾ ਨੂੰ ਸ਼ਰਧਾਲੂ, ਸ਼ਰਧਾ ਅਤੇ ਭਾਵਨਾ ਵਾਲਾ ਜਾਣ ਕਰਕੇ ਕਿ ਇਹਨਾਂ ਦੇ ਸਰੀਰ ਛੱਡਣ ਦਾ ਸਮਾਂ ਬਿਲਕੁਲ ਨਜ਼ਦੀਕ ਆ ਚੁੱਕਾ ਹੈ। ਉੱਤਮ ਅਧਿਕਾਰੀ, ਫਿਰ ਅਧਿਕਾਰੀ ਉੱਤਮ ਹੈ, ਯੋਗ ਹੈ, ਸਮਝਣ ਦੀ ਸਮਰੱਥਾ ਰੱਖਦਾ ਹੈ। ਥੋੜ੍ਹਾ ਕਹਿਣ ਨਾਲ ਬਹੁਤਾ ਸਮਝ ਜਾਏਗਾ। ਸੌਖਿਆਂ ਹੀ ਬ੍ਰਹਮ ਅਵਸਥਾ ਦੀ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਏਗੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਾਵਨ ਮੁਖ ਮੰਡਲ ਤੋਂ ਬੜੇ ਕੋਮਲ, ਪਿਆਰ ਭਰੇ, ਨਿਮਰਤਾ ਭਰੇ ਬਚਨਾਂ ਦੁਆਰਾ ਸਤਿਗੁਰੂ ਜੀ ਦੀ ਬਾਣੀ ਦਾ ਬਚਨ ਉਚਾਰਨ ਕਰਕੇ ਬਾਬਾ ਮਹਾਦੇਵ ਨੂੰ ਸਮਝਾ ਰਹੇ ਨੇ ਕਿ ਆਤਮਾ ਨੂੰ ਬੰਧਨ ਪੈਣ ਦੇ ਕਾਰਨ ਹਨ ਜਨਮਾਂ ਜਨਮਾਤਰਾਂ ਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਬਣੇ ਹੋਏ ਸੰਸਕਾਰ, ਉਹਨਾਂ ਸੰਸਕਾਰਾਂ ਦੀ ਲੱਗੀ ਹੋਈ ਮੈਲ ਜੋ ਆਤਮਾ ਨੂੰ ਢੱਕ ਲੈਂਦੀ ਹੈ। ਬਾਣੀ ਵਿੱਚ ਵੀ ਮਹਾਂਪੁਰਖਾਂ ਗੁਰਮੁਖਾਂ ਨੇ ਥਾਵਾਂ ਥਾਵਾਂ 'ਤੇ ਜਿੱਥੇ ਆਤਮ ਵਸਤੂ ਦਾ ਜ਼ਿਕਰ ਕੀਤਾ, ਉੱਥੇ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਇਹ ਮਾਇਆ ਦੇ ਪਤੀ ਪਰਮਾਤਮਾ, ਇਹਨਾਂ ਜੀਵਾਂ ਨੇ ਅਵਿਦਿਆ, ਅਗਿਆਨਤਾ ਦੇ ਨਾਲ ਹਿਤ ਪ੍ਰੇਮ ਕਰ ਲਿਆ, ਜਿਸ ਕਰਕੇ ਜਿਹੜਾ ਆਤਮਾ ਰੂਪੀ ਦੀਵਾ ਹੈ, ਵਿਵੇਕ ਦਾ ਦੀਵਾ ਮੈਲਾ ਹੋ ਗਿਆ ਹੈ। ਉਹਦੀ ਸੋਝੀ ਨਹੀਂ ਹੈ, ਉਹਦੀ ਰੌਸ਼ਨੀ ਬਾਹਰ ਨਹੀਂ ਆ ਰਹੀ, ਜਿਸ ਕਰਕੇ ਜੀਵ ਅੰਧਕਾਰ ਅਗਿਆਨਤਾ ਦੀ ਖੱਡ ਵਿੱਚ ਡਿੱਗਦਾ, ਹਨੇਰੇ 'ਚ ਭਟਕਦਾ ਹੈ, ਠੇਡੇ ਖਾਂਦਾ ਹੈ। ਸੋ ਉਹ ਹਨੇਰਾ ਕਿਵੇਂ ਦੂਰ ਹੋਵੇ? ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਇਆ ਕਿ ਜਦੋਂ ਆਤਮਾ ਇਹ ਸਮਝ ਲੈਂਦਾ ਹੈ ਕਿ ਮੈਂ ਦਿਜ ਹਾਂ, ਮੈਂ ਖੱਤਰੀ ਹਾਂ, ਮੈਂ ਸਿਆਣਾ ਹੈ, ਇਹਨੂੰ ਤਨ ਹੰਤਾ ਕਹਿੰਦੇ ਨੇ। ਸਰੀਰ ਦਾ ਸੰਗ ਸਾਥ ਕਰਨ ਕਰਕੇ ਇਹ ਹੰਗਤਾ ਭਾਵ ਪੈਦਾ ਹੁੰਦਾ ਹੈ। ਇਸ ਤਰ੍ਹਾਂ ਜਦੋਂ ਆਪਣੇ ਸਰੂਪ ਦੀ ਲਖਤਾ ਨਹੀਂ ਹੁੰਦੀ, ਸਮਝ ਲਓ ਕਿ ਜਾਲਾ ਪੈ ਕੇ ਜਿਵੇਂ ਪਾਣੀ ਨੂੰ ਢੱਕ ਲੈਂਦਾ ਹੈ, ਇਸੇ ਤਰ੍ਹਾਂ ਹੀ ਆਤਮ ਸਰੂਪ ਰੂਪੀ ਵਸਤੂ ਜੋ ਜਲ ਦੀ ਨਿਆਈ ਹੈ, ਔਗਣਾਂ ਦੇ ਜਾਲੇ ਨਾਲ ਢੱਕੀ ਜਾਂਦੀ ਹੈ। ਆਪਣਾ ਸਰੂਪ ਜਿਹੜਾ ਹੈ ਉਹ ਛਾਦਿਆ ਜਾਂਦਾ ਹੈ। ਸੋ ਜਿੰਨਾ ਚਿਰ ਤਨ ਦੀ ਹੰਗਤਾ ਦੂਰ ਨਹੀਂ ਹੁੰਦੀ, ਉਨਾ ਚਿਰ ਬ੍ਰਹਮ ਵਸਤੂ ਆਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸੋ ਜਿਵੇਂ ਤਨ ਦੀ ਹੰਗਤਾ, ਇਸੇ ਤਰ੍ਹਾਂ ਮਮਤਾ ਵੀ ਹੈ। ਮਮਤਾ ਭਾਵ ਹੈ ਕਿ ਮੇਰਾ ਪੁੱਤਰ, ਮੇਰੀ ਘਰਵਾਲੀ, ਮੇਰਾ ਘਰ ਗ੍ਰਹਿ, ਮੇਰਾ ਧਨ ਪਦਾਰਥ, ਇਹ ਸਾਰਾ ਕੁਛ ਮੈਂ, ਮੇਰੀ ਦਾ ਭਾਵ ਹੈ। ਇਸ ਤਰ੍ਹਾਂ ਇਹ ਪੜਦੇ ਹਨ।
ਇਹਨਾਂ ਪਰਦਿਆਂ ਦੇ ਕਾਰਨ ਆਤਮਾ ਰੂਪੀ ਵਸਤੂ ਜਿਹੜੀ ਉਹ ਲੁਕੀ ਹੈ, ਮਨੁੱਖ ਦੀ ਬਿਰਤੀ ਉੱਥੋਂ ਤੱਕ ਨਹੀਂ ਪਹੁੰਚਦੀ। ਬ੍ਰਿਤ ਨਾ ਪਹੁੰਚੇ ਇਨ ਦੋਏ ਕੋ ਤਜ ਫਸਿਓ ਇਨੋ ਮਹਿ ਜਾਣੇ ਨਾ ਹੈ। ਨਾ ਮਮਤਾ ਨੂੰ ਛੱਡ ਸਕਦਾ, ਨਾ ਹੰਤਾ ਨੂੰ ਛੱਡ ਸਕਦਾ ਹੈ, ਜਿਸ ਕਰਕੇ ਇਹਨਾਂ 'ਚ ਫਸਿਆ ਰਹਿੰਦਾ ਹੈ। ਜਦੋਂ ਗੁਰੂ ਸਾਹਿਬ ਕਿਰਪਾ ਕਰਨ ਉਪਦੇਸ਼ ਦੇਣ ਤਾਂ ਜੀਵ ਯਤਨ ਕਰਦਾ ਹੈ, ਜਲ ਆਤਮ ਪ੍ਰਾਪਤ ਨਿਜ ਮਾਹੇ। ਫਿਰ ਉਹ ਜਲ ਬਾਹਰੋਂ ਲੱਭਣ ਦੀ ਲੋੜ ਨਹੀਂ ਪੈਂਦੀ, ਸਗੋਂ ਆਪਣੇ ਹਿਰਦੇ ਘਰ ਵਿੱਚੋਂ ਹੀ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ ਕਾ ਬਿਸਰਾਮ। ਉਹ ਨਾਮ ਰੂਪੀ ਜਲ ਹਿਰਦੇ ਵਿੱਚੋਂ ਮਿਲ ਜਾਂਦਾ ਹੈ। ਸੋ ਬਾਹਰ ਦੀ ਸਾਰੀ ਖੋਜ ਮੁੱਕ ਜਾਂਦੀ ਹੈ। ਡੋਲਣ ਤੇ ਚੂਕਾ ਠਹਿਰਾਇਆ, ਭਟਕਣ ਵੱਲੋਂ ਮਨ ਟੇਕ ਕਰਕੇ ਠਹਿਰ ਜਾਂਦਾ, ਨਿਜ ਸਰੂਪ ਵਿੱਚ ਆ ਜਾਂਦਾ ਹੈ। ਤੇ ਸਹਿਬਾਂ ਸਮਝਾਇਆ, ਇਨ ਦੋਨੋਂ ਤੇ ਦੁੱਖ ਕੋ ਭੋਗੇ, ਅਤ ਦੁੱਖ ਕੋ ਸੁਖ ਲਖ ਚਿਤ ਚਾਹੇ। ਇਹ ਆਤਮਾ ਸੁੱਖ ਤੇ ਦੁੱਖ ਨੂੰ ਮਹਿਸੂਸ ਕਰਦਾ, ਭੋਗਦਾ ਹੈ। ਜਦੋਂ ਅਤੀ ਦੁੱਖ ਆ ਜਾਵੇ ਉਦੋਂ ਸੁੱਖ ਦੀ ਚਾਹ ਪੈਦਾ ਕਰਦਾ ਹੈ। ਵਾਸ਼ਨਾਵਾਂ ਬਾਹਰ ਨੂੰ ਉੱਠਦੀਆਂ ਨੇ ਕਿ ਬਾਹਰੋਂ ਸੁੱਖ ਮਿਲੇਗਾ, ਪੁੱਤਰ ਕੋਲੋਂ ਮਿਲੇਗਾ, ਇਸਤਰੀ ਕੋਲੋਂ, ਪਦਾਰਥਾਂ ਕੋਲੋਂ, ਧਨ ਕੋਲੋਂ। ਵਹਿਰ ਬ੍ਰਿਤ ਤੇ ਉਠੇ ਵਾਸ਼ਨਾ, ਤਿੰਨ ਅਨੁਸਾਰ ਜਨਮ ਕੋ ਪਾਏ। ਜਨਮ ਦਾ ਕਾਰਨ ਕੀ ਸਾਹਿਬਾਂ ਦੱਸਿਆ? ਵਾਸ਼ਨਾ। ਵਾਸ਼ਨਾ ਦੇ ਕਾਰਨ ਹੀ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ, ਜਿਤ ਲਾਗੋ ਮਨ ਵਾਸ਼ਨਾ ਅੰਤ ਸਾਈ ਪ੍ਰਗਟਾਨੀ। ਇਸ ਤਰ੍ਹਾਂ ਵਾਸ਼ਨਾ ਦੇ ਅਧੀਨ ਹੋਇਆ ਜੀਵ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਲੰਮੇ ਸਮੇਂ ਬਾਅਦ ਮਨੁੱਖਾ ਸਰੀਰ ਪ੍ਰਾਪਤ ਹੋਇਆ। 184 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁਕੈ, ਸੋ ਆਏ ਜਾਏ ਦੁੱਖ ਪਾਏਂਦਾ। ਇਹ ਅੰਤਲਾ ਡੰਡਾ ਹੈ। ਪੁਰਾਣੇ ਸਮੇਂ ਵਿੱਚ ਅੱਜ ਵੀ ਕਿਤੇ ਕਿਤੇ ਮਿਲ ਜਾਂਦੀਆਂ ਨੇ ਵਾਂਸਾਂ ਵਾਲੀਆਂ, ਡੰਡਿਆਂ ਵਾਲੀਆਂ ਪੌੜੀਆਂ ਹੁੰਦੀਆਂ ਸਨ। ਅਤੇ ਕਿਤੇ ਪੈਰ ਫਿਸਲ ਜਾਏ ਜਾਂ ਕਿਤੇ ਡੰਡਾ ਹੀ ਟੁੱਟ ਜਾਵੇ ਤਾਂ ਇਹ ਨਹੀਂ ਸੀ ਹੁੰਦਾ ਕਿ ਬੰਦਾ ਵਿੱਚ ਰੁਕ ਜਾਏਗਾ, ਧੜਾਏ ਕਰਦਾ ਆ ਕੇ ਜ਼ਮੀਨ 'ਤੇ ਥੱਲੇ ਡਿੱਗਦਾ ਸੀ। ਇਸੇ ਤਰ੍ਹਾਂ ਸਾਹਿਬ ਕਹਿੰਦੇ ਮਨੁੱਖਾ ਜਨਮ ਪੌੜੀ ਦਾ ਉਹ ਉੱਪਰਲਾ ਡੰਡਾ ਜਿੱਥੋਂ ਪੈਰ ਖਿਸਕਿਆ, ਫਿਰ ਆਵਾਗਮਨ ਦਾ ਉਹ ਸਿਲਸਿਲਾ ਸ਼ੁਰੂ ਹੁੰਦਾ ਜਿਹੜਾ ਯੁੱਗਾਂ ਤੱਕ ਖਤਮ ਹੋਣ ਦਾ ਨਾਂ ਨਹੀਂ ਲੈਂਦਾ। ਇਸ ਤਰ੍ਹਾਂ ਸਾਹਿਬ ਸਮਝਾ ਰਹੇ ਨੇ ਬਾਬਾ ਮਹਾਦੇਵ ਜੀ ਨੂੰ। ਅੱਗੇ ਜਿਵੇਂ ਸਾਹਿਬ ਕਿਰਪਾ ਕਰਦੇ ਹਨ ਸਰਵਣ ਕਰੀਏ। ਇਹ ਪਰ ਦੋ ਤਨ ਹੰਤਾ ਮਮਤਾ, ਤਿਆਗੇ ਤੇ ਆਤਮ ਲਖ ਲੀਤ। ਇਹ ਪੜਦਾ ਹੈ, ਕਿਹੜਾ ਪੜਦਾ ਹੈ? ਇਹ ਪਰਦੋ। ਪੜਦੋ ਦਾ ਅਰਥ ਕੀ ਹੁੰਦਾ ਹੈ? ਇਹ ਪੜਦਾ ਬੜਾ ਬਰੀਕ। ਬਾਣੀ 'ਚ ਇਸ ਪੜਦੇ ਬਾਰੇ ਦੱਸਿਆ, ਭੰਬੀਰੀ ਕੇ ਪਾਂਤ ਪਰਦੋ, ਬਿਨ ਪੇਖੈ ਦੂਰ ਆਇਓ। ਭੰਬੀਰੀਆਂ ਸਾਉਣ ਭਾਦਰੋਂ ਮਹੀਨੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਸਾਉਣ ਮਾਹ ਭੰਬੀਰੀਆਂ ਬੜੀਆਂ ਚੱਕਰ ਕੱਢਦੀਆਂ ਨੇ। ਬਰੀਕ ਬਰੀਕ ਉਹਨਾਂ ਦੇ ਖੰਭ ਹੁੰਦੇ ਹਨ, ਉਹਨਾਂ ਖੰਭਾਂ ਵਿੱਚੋਂ ਦੂਜੇ ਪਾਸੇ ਸਾਫ਼ ਦਿਸ ਸਕਦਾ ਹੈ। ਇੰਨਾ ਬਰੀਕ ਪੜਦਾ ਹੈ। ਤੇ ਸਾਹਿਬ ਦੱਸਣ ਲੱਗੇ, ਇਹ ਪਰਦੋ ਤਨ ਹੰਤਾ ਮਮਤਾ। ਇਹ ਪੜਦਾ ਹੈ ਹੰਤਾ ਦਾ ਤੇ ਮਮਤਾ ਦਾ। ਹੰਤਾ ਤੋਂ ਭਾਵ ਅਹੰ ਭਾਵ। ਕਾਮ ਕਰੋ ਲੋਭ ਮੋਹ ਹੰਕਾਰ ਨੂੰ ਜਿੱਤਣਾ ਸੌਖਾ ਨਹੀਂ, ਪਰ ਕੋਈ ਜਿੱਤ ਲਵੇ। ਇਹਨਾਂ ਨੂੰ ਜਿੱਤ ਕਰਕੇ ਤੇ ਪਿੱਛੋਂ ਜਿਹੜਾ ਇੱਕ ਖਿਆਲ ਪੈਦਾ ਹੁੰਦਾ ਕਿ ਮੈਂ ਪੰਜੇ ਜਿੱਤ ਲੈ, ਮਾਰ ਲੈ, ਜਿਹੜੀ ਸੂਖਸ਼ਮ ਜਿਹੀ ਸ਼ੈ ਪਿੱਛੇ ਬਚਦੀ ਉਹਨੂੰ ਅਹੰ ਭਾਵ ਕਹਿੰਦੇ ਹਨ। ਬਾਣੀ 'ਚ ਲਿਖਿਆ ਹੈ ਅਹੰ ਭਾਵ ਦੀ ਵਿਆਖਿਆ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪਾਂਚ ਦੋਖ। ਪੰਜੇ ਦੋਖ ਜਿਹੜੇ ਸਨ ਸ਼ਬਦ ਸਪਰਸ਼ ਰਸ ਰੂਪ, ਇਹੋ ਤਨ ਤੇ ਸਗਲ ਦੂਰ ਕੀਨ, ਸਾਰੇ ਦੂਰ ਕਰ ਦਿੱਤੇ। ਤੇ ਇੱਕ ਥਾਂ ਤੇ ਸਾਹਿਬਾਂ ਨੇ ਅੱਗੇ ਜਾ ਕਰਕੇ ਜ਼ਿਕਰ ਕੀਤਾ ਹੈ, ਅਰ ਅਹੰ ਭਾਵ ਪੰਚ ਦੋਖ ਅਰ ਅਹੰ ਭਾਵ। ਇਹ ਤਨ ਤੇ ਦੂਰ, ਸਰੀਰ ਵਿੱਚੋਂ ਤਨ ਤੇ ਮਨ ਵਿੱਚੋਂ ਦੂਰ ਹੀ ਕਰ ਦਿੱਤੇ, ਮੁਕਾ ਹੀ ਦਿੱਤੇ। ਜਦੋਂ ਗੁਰੂ ਨੇ ਕਿਰਪਾ ਕਰ ਦਿੱਤੇ, ਅਹੰ ਭਾਵ ਵੀ ਮੁੱਕ ਗਿਆ ਕਿ ਮੈਂ ਕਾਮ ਜਿੱਤ ਲਿਆ, ਮੈਂ ਕ੍ਰੋਧ ਜਿੱਤ ਲਿਆ, ਮੈਂ ਲੋਭ ਜਿੱਤ ਲਿਆ। ਜਿਹੜਾ ਪਿੱਛੇ ਇਹ ਭਾਵ ਬਚਦਾ ਸੀ ਕਿ ਮੈਂ ਆਹ ਕੁਛ ਕਰ ਲਿਆ, ਉਹ ਵੀ ਮੁੱਕ ਗਿਆ। ਇਹਨੂੰ ਕਹਿੰਦੇ ਤਨ ਹੰਤਾ, ਸਰੀਰ ਦੀ ਹੰਗਤਾ, ਮੈਂ ਮੇਰੀ ਦਾ ਭਾਵ
ਤੇ ਮਮਤਾ ਦਾ ਆਪ ਨੂੰ ਪਤਾ ਹੈ, ਪਸ਼ੂ ਪੰਛੀਆਂ ਵਿੱਚ ਵੀ ਮਮਤਾ ਹੈ। ਮੀਲਾਂ ਤੋਂ ਜਾ ਕੇ ਉਹ ਵੀ ਚੋਗਾ ਲਿਆ ਕੇ ਬੱਚਿਆਂ ਦੇ ਮੂੰਹ ਵਿੱਚ ਪਾਉਂਦੇ ਨੇ। ਸੋ ਜਦੋਂ ਇਹ ਮਮਤਾ ਭਾਵ ਤੇ ਤਨ ਦੀ ਹੰਗਤਾ ਤਿਆਗ ਦਵੇ, ਆਤਮ ਲਖ ਲੇਤ, ਤਦੋਂ ਫਿਰ ਜੀਵ ਆਤਮਾ ਨੂੰ ਲਖ ਲੈਂਦਾ। ਲਖ ਦਾ ਅਰਥ ਹੁੰਦਾ ਜਾਣ ਲੈਂਦਾ, ਸਮਝ ਲੈਂਦਾ ਹੈ। ਮਨ ਕੋ ਇੰਦਰ ਸੰਗ ਸੰਬੰਧਜ, ਇਹ ਬੰਧਨ ਅਤਿਸ਼ੈ ਦੁਖ ਦੇਤ। ਮਨ ਦਾ ਸੰਬੰਧ ਕਿਸ ਨਾਲ ਹੈ? 5 ਕਰਮ ਇੰਦਰੇ, 5 ਗਿਆਨ ਇੰਦਰੇ ਹਨ। ਹਰੇਕ ਮਨੁੱਖ ਦੇ ਕੋਲ 11ਵੀਂ ਇੰਦਰੀ ਹੈ ਮਨ, ਤੇ ਇਸ ਮਨ ਦਾ ਸੰਬੰਧ ਇੰਦਰੀਆਂ ਨਾਲ ਹੈ। ਜਿਸ ਇੰਦਰ 'ਚ ਮਨ ਨਾ ਹੋਵੇ ਉਹ 'ਚ ਕਦੀ ਰਸ ਪੈਦਾ ਨਹੀਂ ਹੋ ਸਕਦਾ। ਕਾਮ ਇੰਦਰੀ 'ਚ ਮਨ ਲੱਗਦਾ ਫਿਰ ਰਸ ਹੈ, ਅੱਖਾਂ ਵਿੱਚ ਮਨ ਦੀ ਸੁਰਤ ਆਉਂਦੀ ਫਿਰ ਹੈ, ਕੰਨਾਂ ਵਿੱਚ ਵੀ ਮਨ ਆਉਂਦਾ। ਲਾਗੇ ਕੋਈ ਨਿੰਦਾ ਕਰੀ ਜਾਵੇ, ਬੜੀ ਵਧੀਆ ਆਵਾਜ਼ 'ਚ ਗਾਈ ਜਾਵੇ, ਜੇ ਬੰਦੇ ਦਾ ਧਿਆਨ ਨਹੀਂ ਨਾ ਉਹਦੇ ਵਾਸਤੇ ਉਹ ਨਿਸਫਲ ਹੈ। ਜਦੋਂ ਮਨ ਇੰਦਰੀ ਨਾਲ ਜੁੜਦਾ ਹੈ ਫਿਰ ਹੀ ਮਨੁੱਖ ਨੂੰ ਪਤਾ ਲੱਗਦਾ। ਅੱਖਾਂ ਦੇ ਸਾਹਮਣੇ ਕੋਈ ਗੁਜ਼ਰ ਜਾਵੇ ਤੇ ਕੋਈ ਪੁੱਛੇ ਕੌਣ ਲੰਘਿਆ ਸੀ, ਕਹਿੰਦਾ ਨਹੀਂ ਮੇਰਾ ਧਿਆਨ ਨਹੀਂ। ਹੁਣ ਅੱਖਾਂ ਤਾਂ ਵੇਖਿਆ ਪਰ ਮਨ ਨੇ ਨਹੀਂ ਵੇਖਿਆ। ਇਹਨੂੰ ਕਹਿੰਦੇ ਨੇ ਮਨ ਕੋ ਇੰਦਰੇ ਸੰਗ ਸੰਬੰਧ। ਜੋ ਮਨ ਦਾ ਇੰਦਰੀਆਂ ਦੇ ਨਾਲ ਜੋ ਸੰਬੰਧ ਹੈ, ਜੋ ਮੇਲ ਜੋਲ ਹੈ, ਇਹ ਬੰਧਨ ਹੈ। ਅਤਿਸ਼ੈ ਦੁੱਖ ਦੇਤ, ਇਹ ਬੜਾ ਵੱਡਾ ਬੰਧਨ ਹੈ। ਮਨ ਦਾ ਸੰਬੰਧ ਆਤਮਾ ਨਾਲ ਚਾਹੀਦਾ ਸੀ, ਪਰਮਾਤਮਾ ਨਾਲ ਚਾਹੀਦਾ ਸੀ। ਮਨ ਨੇ ਇੰਦਰੀਆਂ ਵਿੱਚੋਂ ਰਸ ਲੱਭਣਾ ਸ਼ੁਰੂ ਕਰ ਦਿੱਤਾ। ਇਸ ਵਾਸਤੇ ਮਨ ਹੀ ਜਿਹੜਾ ਹੈ ਜੀਵ ਨੂੰ ਦੁੱਖ ਦੇਤ, ਦੁੱਖ ਦਿੰਦਾ ਹੈ। ਇੱਥੋਂ ਤੱਕ ਬਾਣੀ ਵਿੱਚ ਸਾਹਿਬਾਂ ਨੇ ਜ਼ਿਕਰ ਕੀਤਾ ਹੈ, ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ, 4 ਬ੍ਰਹਮਾ ਦੇ ਪੁੱਤਰ ਤਪਸਵੀ ਸਨ, ਰਿਸ਼ੀ ਸਨ, ਪਹੁੰਚੇ ਹੋਏ ਸਨ। ਉਹਨਾਂ ਦੇ ਨਾਮ ਲੈ ਕੇ ਕਹਿੰਦੇ ਨੇ, 3 ਪੀ ਤਨ ਮੈਂ ਮਨ ਨਹੀਂ ਭੇਖਾ। ਇਹੋ ਜਿਹੇ ਵਿਅਕਤੀ ਵੀ ਕਹਿੰਦੇ ਉਹਨਾਂ ਵੀ ਆਪਣੇ ਤਨ 'ਚ ਮਨ ਨੂੰ ਵੇਖਿਆ ਨਹੀਂ, ਮਨ ਨੂੰ ਨਹੀਂ ਸਮਝ ਸਕੇ ਕਿ ਮਨ ਕੀ ਵਸਤੂ ਹੈ। ਵਾਰ-ਵਾਰ ਮਨ ਦਾ ਸੁਭਾਵ ਹੈ ਬਾਹਰ ਮੁਖੀ ਹੋਣਾ, ਬਾਹਰ ਭਟਕਣਾ। ਮਨ ਟਿਕਦਾ ਨਹੀਂ ਹੈ। ਤੇ ਜਦੋਂ ਇਹ ਮਨ ਟਿਕ ਜਾਵੇ, ਇਸ ਮਨ ਕੋ ਨਹੀਂ ਆਮਨ ਜਾਣਾ, ਇਸ ਮਨ ਦਾ ਆਉਣਾ ਜਾਣਾ ਸਮਾਵਤ ਹੋ ਜਾਂਦਾ। ਮਨ ਆਤਮਾ ਦਾ ਰੂਪ ਬਣ ਜਾਂਦਾ ਹੈ। ਇੰਦਰੀਆਂ ਨਾਲ ਜੁੜ ਕਰਕੇ ਹੀ ਇਹ ਜਿਹੜਾ ਮਨ ਹੈ, ਅਤਿਸ਼ੈ ਦਾ ਅਰਥ ਹੁੰਦਾ ਬਹੁਤਾ ਜੀਵ ਨੂੰ ਬੰਧਨਾਂ ਵਿੱਚ ਫਸਾ ਕੇ ਦੁੱਖ ਦਿੰਦਾ ਹੈ। ਇੰਦਰ ਤੇ ਹਟ ਕਰ ਹੋਏ ਫਿਰ ਸੋ ਮੁਕਤੀ ਹੈ ਸੁਖਦ ਪਰਮਗਤ। ਉਹ ਮੁਕਤੀ ਹੈ, ਸੁਖਦ ਦਾ ਅਰਥ ਹੈ ਸੁਖਦਾਈ, ਸੁਖ ਦੇਣ ਵਾਲੀ ਤੇ ਸਾਧੂ ਜਨ ਉਸ ਅਵਸਥਾ ਨੂੰ ਪਰਮਗਤੀ ਕਹਿੰਦੇ, ਉਸ ਅਵਸਥਾ ਨੂੰ ਜੀਵਨ ਮੁਕਤ ਕਹਿੰਦੇ, ਉਸ ਅਵਸਥਾ ਨੂੰ ਆਤਮ ਸੁਖ ਕਹਿੰਦੇ ਹਨ। ਬੁੱਧ ਤੇਗੇ ਆਤਮਾ ਬ੍ਰਹਮ ਜੋ ਨਹਿ ਕਿਸ ਇੰਦਰੀ ਵਿਸ਼ੈ ਵਿਚਾਰ। ਤੇ ਅਸੀਂ ਹੁਣ ਸੋਚਦੇ ਹਾਂ ਕਿ ਅੱਖਾਂ ਨਾਲ ਸਾਨੂੰ ਸੰਸਾਰ ਦਿਸਦਾ ਹੈ ਤੇ ਅੱਖਾਂ ਨਾਲ ਨਿਰੰਕਾਰ ਵੀ ਦਿਸ ਪਵੇ। ਤੇ ਦੱਸਦੇ ਹਨ ਇੱਥੇ ਕਿ ਉਹ ਅੱਖਾਂ ਦਾ ਵਿਸ਼ਾ ਹੀ ਨਹੀਂ ਹੈ। ਬੁੱਧ ਤੇ ਗੇ,
ਗਿਆਤਾ ਗਿਆਨ ਗੇ ਧਿਆਤਾ ਧਿਆਨ ਤੇ ਤਿੰਨ ਚੀਜ਼ਾਂ ਹੁੰਦੀਆਂ, ਇੱਕ ਧਿਆਤਾ, ਇੱਕ ਧਿਆਨ ਤੇ ਇੱਕ ਧਿਆਉਣ ਵਾਲਾ। ਜਦੋਂ ਧਿਆਉਣ ਵਾਲਾ ਉਹਦਾ ਧਿਆਨ ਤੇ ਜਿਸ ਦਾ ਧਿਆਨ ਕੀਤਾ ਜਾ ਰਿਹਾ ਉਹ ਤਿੰਨੇ ਚੀਜ਼ਾਂ ਇੱਕ ਹੋ ਜਾਣ, ਉਸ ਅਵਸਥਾ ਨੂੰ ਕਹਿੰਦੇ ਧਿਆਤਾ ਧਿਆਨ ਤੇ ਗਿਆਤਾ ਗਿਆਨਵਾਨ। ਜਿਸ ਚੀਜ਼ ਨੇ ਗਿਆਨ ਅਨੁਭਵ ਕਰਨਾ, ਕੋ ਸ਼ੈ ਤੇ ਇੱਕ ਉਹ ਸ਼ੈ ਜਿਸ ਦਾ ਗਿਆਨ ਹੋਣਾ ਹੈ, ਉਹ ਤਿੰਨ ਚੀਜ਼ਾਂ, ਇਹਨੂੰ ਕਹਿੰਦੇ ਗਿਆਤਾ ਗਿਆਨ ਤੇ ਗੇ ਦਾ ਅਰਥ ਹੁੰਦਾ ਹੈ ਗਿਆਨ। ਸੋ ਇੱਥੇ ਦੱਸ ਰਹੇ ਨੇ ਬੁੱਧ ਤੇ ਗੇ ਆਤਮਾ ਬ੍ਰਹਮ ਜੋ। ਹੁਣ ਕੋਈ ਦੱਸ ਸਕਦਾ ਹੱਥ ਪੈਰ ਵੇਖ ਕਰਕੇ ਜਾਂ ਕਿਸੇ ਤਰ੍ਹਾਂ ਨਾਲ ਕਿ ਪ੍ਰਮਾਤਮਾ ਇਹੋ ਜਿਹਾ ਨਹੀਂ, ਉਹ ਵਿਸ਼ਾ ਹੀ ਨਹੀਂ ਹੈ ਇਹਨਾਂ ਚੀਜ਼ਾਂ ਦਾ, ਕਿਉਂਕਿ ਇੰਦਰੀਆਂ ਦਾ ਵਿਸ਼ਾ ਨਹੀਂ ਹੈ। ਉਹ ਵਿਸ਼ਾ ਕਿਸ ਦਾ ਹੈ? ਬੁੱਧ ਤੇ ਗੇ ਆਤਮਾ ਬ੍ਰਹਮ ਜੋ। ਉਹ ਆਤਮਾ ਜਿਹੜਾ ਨਾ ਬ੍ਰਹਮ ਦਾ ਸਰੂਪ ਹੈ, ਤੇ ਬ੍ਰਹਮ ਹੈ ਹੀ ਬੁੱਧੀ ਦਾ ਵਿਸ਼ਾ ਹੈ। ਬੁੱਧੀ ਦੁਆਰਾ ਹੀ ਮਨ ਬੁੱਧ ਰੂਪੀ ਨੇਤਰਾਂ ਦੁਆਰਾ ਜਾਣਿਆ ਜਾਂਦਾ ਹੈ, ਨਾ ਕਿਸੇ ਇੰਦਰੀ ਵਿਸ਼ੇ ਵਿਚਾਰ। ਇਹ ਵਿਚਾਰ ਕਰ ਲਓ ਕਿ ਜਿਹੜਾ ਬ੍ਰਹਮ ਤੇ ਆਤਮਾ ਨਾ, ਉਹ ਕਿਸੇ ਇੰਦਰੀ ਦਾ ਵਿਸ਼ਾ ਹੀ ਨਹੀਂ ਹੈ। ਹੁਣ ਹੱਥਾਂ ਦਾ ਵਿਸ਼ਾ ਵੱਖਰਾ, ਪੈਰਾਂ ਦਾ ਵਿਸ਼ਾ ਚੱਲਣਾ, ਹੱਥਾਂ ਦਾ ਵਿਸ਼ਾ ਕੰਮ ਕਰਨਾ, ਜ਼ੁਬਾਨ ਦਾ ਵਿਸ਼ਾ ਬੋਲਣਾ, ਕੰਨਾਂ ਦਾ ਵਿਸ਼ਾ ਸੁਣਨਾ, ਅੱਖਾਂ ਦਾ ਵਿਸ਼ਾ ਵੇਖਣਾ। ਤੇ ਕੀ ਬ੍ਰਹਮ ਇਹਨਾਂ ਵਿਸ਼ਿਆਂ ਵਿੱਚ ਆਉਂਦਾ? ਸਾਹਿਬ ਕਹਿੰਦੇ ਨਹੀਂ ਭਾਈ, ਉਹ ਇਹਨਾਂ ਇੰਦਰੀਆਂ ਦੇ ਵਿਸ਼ੇ ਤੋਂ ਰਹਿਤ ਹੈ। ਉਹ ਬੁੱਧੀ ਦੇ ਗਿਆਨ ਕਰਕੇ ਜਾਣਿਆ ਜਾਂਦਾ ਹੈ, ਉਸ ਦੁਆਰਾ ਉਸ ਦੀ ਸਮਝ ਪੈਂਦੀ ਹੈ। ਗਿਆਤਾ ਪਾਈ ਆਨੰਦ ਉਦਦ ਕੀ, ਤਤ ਛਿਨ ਮਿਲ ਹੈ ਤਾਹੀ ਮਝਾਰ। ਤੇ ਜਿਹੜਾ ਆਤਮਾ ਦਾ ਗਿਆਤਾ ਨਾ, ਫਿਰ ਉਹ ਪਾ ਲੈਂਦਾ ਆਨੰਦ ਉਦਤ ਕੀ। ਉਦਤ ਦਾ ਅਰਥ ਹੈ ਸਮੁੰਦਰ। ਸਮੁੰਦਰ ਹੈ ਬ੍ਰਹਮ, ਉਸ ਬ੍ਰਹਮ ਦਾ ਮਿਲਾਪ ਹੈ ਹੀ ਆਨੰਦ ਹੀ ਆਨੰਦ ਹੈ। ਸੋ ਜਿਹੜਾ ਬ੍ਰਹਮ ਅਵਸਥਾ ਦਾ ਧਾਰਨੀ ਗੁਰਮੁਖ ਬਣ ਜਾਂਦਾ, ਗਿਆਤਾ ਗਿਆਨਵਾਨ, ਉਹ ਆਨੰਦ ਦਾ ਸਮੁੰਦਰ ਜਿਹੜਾ ਪਰਮਾਤਮਾ ਨਾ, ਉਹਨੂੰ ਪਾ ਲੈਂਦਾ ਹੈ। ਤਤ ਛਿਨ ਮਿਲ ਹੈ ਤਾਹੇ ਮਝਾਰ। ਜਿਵੇਂ 999 ਨਦੀਆਂ ਕਹਿੰਦੇ ਸਾਗਰ 'ਚ ਮਿਲ ਕੇ ਸਾਗਰ ਦਾ ਰੂਪ ਹੋ ਜਾਂਦੀਆਂ, ਇਸੇ ਤਰ੍ਹਾਂ ਹੀ ਉਸ ਦੀ ਆਤਮਾ ਬ੍ਰਹਮ ਵਿੱਚ ਮਿਲ ਕੇ ਬ੍ਰਹਮ ਦਾ ਰੂਪ ਹੋ ਜਾਂਦੀ। ਤਤ ਛਿਨ ਦਾ ਅਰਥ ਹੈ ਤੁਰੰਤ। ਇਹ ਨਹੀਂ ਕਿ ਵਰਿਆਂ ਬੱਧੀ ਦਾ ਸਮਾਂ ਲੱਗਦਾ, ਨਹੀਂ। ਤਤ ਛਿਨ ਮਿਲ ਹੈ ਤਾਹੇ ਮਝਾਰ। ਉਸ ਆਨੰਦ ਦਾ ਸਾਗਰ ਜਿਹੜਾ ਬ੍ਰਹਮ ਆਨੰਦ ਦਾ ਸਮੁੰਦਰ, ਉਹਦੇ ਵਿੱਚ ਤੁਰੰਤ ਹੀ ਉਹਦੀ ਆਤਮਾ ਮਿਲ ਜਾਂਦੀ ਹੈ। ਨਹੀਂ ਬਾਸ਼ਨਾ ਉਠੇ ਬਹੁਰ ਕਾ, ਜਨਮ ਮਰਨ ਨਹਿ ਹੋਏ ਸੰਸਾਰ। ਉਸ ਬ੍ਰਹਮ ਆਨੰਦ ਸਰੂਪ ਪਰਮਾਤਮਾ 'ਚ ਮਿਲੀ ਹੋਈ ਆਤਮਾ ਫਿਰ ਕਦੀ ਵਾਸ਼ਨਾ ਉਠਾ ਹੀ ਨਹੀਂ ਸਕਦੀ। ਵਾਸ਼ਨਾ ਉਦੋਂ ਹੀ ਉੱਠਦੀ ਜਦੋਂ ਆਤਮਾ ਦਾ ਸੰਬੰਧ ਮਨ ਨਾਲ ਜੁੜਿਆ ਰਹਿੰਦਾ, ਤਨ ਨਾਲ ਜੁੜਿਆ ਰਹਿੰਦਾ, ਸੰਸਾਰ ਨਾਲ ਜੁੜਿਆ ਰਹਿੰਦਾ। ਸੰਸਾਰ ਦੇ ਪਦਾਰਥਾਂ ਨੂੰ ਵੇਖ ਕੇ ਵਾਸ਼ਨਾਵਾਂ ਉੱਠਦੀਆਂ ਹਨ, ਆਹ ਵੀ ਚਾਹੀਦਾ, ਉਹ ਵੀ ਚਾਹੀਦਾ, ਆਹ ਗੁਆਂਢੀਆਂ ਕੋਲ ਹੈਗਾ, ਮੇਰੇ ਕੋਲ ਨਹੀਂ ਹੈਗਾ। ਇਹ ਕੀ ਹੈ? ਸਾਰੀਆਂ ਵਾਸ਼ਨਾ ਨੇ। ਤੇ ਗੁਰੂ ਸਾਹਿਬ ਕਹਿੰਦੇ ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ, ਬਿਨਸੈ ਨਾਮ ਵਿਸਾਰੀ। ਇਹ ਹੈ ਹੀ ਸਾਰੇ ਬੰਧਨ ਰੂਪ। ਤੇ ਸਾਹਿਬ ਦੱਸਣ ਲੱਗੇ ਉੱਥੇ ਉਸ ਅਵਸਥਾ ਫਿਰ ਵਿੱਚ ਨਹੀਂ ਵਾਸ਼ਨਾ ਉਠੇ ਬਹੁਰ ਕਬ, ਜਨਮ ਮਰਨ ਨਹਿ ਹੋਏ ਸੰਸਾਰ। ਉਸ ਗੁਰਮੁਖ ਆਤਮਾ ਦਾ ਕਦੀ ਫਿਰ ਸੰਸਾਰ 'ਚ ਜਨਮ ਮਰਨ ਆਵਾਗਮਨ ਦਾ ਚੱਕਰ ਨਹੀਂ ਹੁੰਦਾ, ਕਿਉਂਕਿ ਵਾਸ਼ਨਾਵਾਂ ਹੀ ਮੁੱਕ ਗਈਆਂ। ਤੇ ਜਦੋਂ ਵਾਸ਼ਨਾਵਾਂ ਹੀ ਨਹੀਂ ਉੱਠੀ, ਸੰਕਲਪ ਹੀ ਪੈਦਾ ਨਹੀਂ ਹੁੰਦਾ, ਫੁਰਨਾ ਹੀ ਨਹੀਂ ਉੱਠਦਾ, ਤੇ ਫਿਰ ਜਨਮ ਕਾਹਦਾ ਹੈ? ਫਿਰ ਸਾਹਿਬ ਕਹਿੰਦੇ ਉਹ ਜੰਮਣ ਮਰਨ ਦਾ ਵੱਡਾ ਦੁੱਖ ਸੰਸਾਰ ਵਿੱਚੋਂ ਸਦਾ ਵਾਸਤੇ ਮੁੱਕ ਜਾਂਦਾ ਹੈ। ਸਾਰ ਅਸਾਰ ਵਿਚਾਰ ਧਾਰ ਕਰ, ਸਾਰ ਗਹਿ ਸਭ ਤਿਆਗ ਅਸਾਰ। ਇਹੋ ਜਿਹਾ ਜਿਹੜਾ ਗੁਰਮੁਖ ਹੈ ਨਾ, ਉਹ ਸਾਰ ਤੇ ਅਸਾਰ ਨੂੰ ਵਿਚਾਰ ਕਰਕੇ ਧਾਰ ਕਰ ਸਾਰ ਹੁੰਦਾ ਹੈ ਸੱਚ, ਤੇ ਅਸਾਰ ਹੁੰਦਾ ਅਸਤ ਝੂਠ, ਸੱਚ ਤੇ ਝੂਠ। ਇਹਦੀ ਵਿਚਾਰ ਕਰਕੇ ਸੱਤ ਤੇ ਸੱਚ ਦਾ ਵਿਚਾਰ ਕਰਦਾ ਹੈ, ਸੱਚ ਨੂੰ ਗ੍ਰਹਿਣ ਕਰ ਲੈਂਦਾ ਹੈ। ਜਿਵੇਂ ਹੰਸ ਅੱਗੇ ਦੁੱਧ ਰੱਖਿਆ ਜਾਵੇ ਤੇ ਉਹ ਚੁੰਝ ਪਾ ਕੇ ਫੁੱਟੀਆਂ ਬਣਾ ਦਿੰਦਾ, ਤੇ ਪਾਣੀ ਛੱਡ ਕੇ ਦੁੱਧ ਦੇ ਫੁੱਟ ਛਕ ਲੈਂਦਾ ਹੈ। ਇਸੇ ਤਰ੍ਹਾਂ ਹੀ ਗੁਰਮੁਖ ਜਨ ਨਿਰਣਾ ਕਰ ਲੈਂਦਾ ਹੈ ਕਿ ਸਾਰ ਵਸਤੂ ਕੀ ਹੈ ਤੇ ਅਸਾਰ ਵਸਤੂ ਕੀ ਹੈ, ਸਦੀਵੀ ਰਹਿਣ ਵਾਲੀ ਕਿਹੜੀ ਹੈ ਤੇ ਛਿਨ ਭੰਗਰ ਕਿਹੜੀ ਹੈ।
ਇਹ ਗੁਰਮੁਖ ਉਸ ਗੱਲ ਦਾ ਨਿਰਣਾ ਕਰ ਲੈਂਦਾ, ਉਹਦੇ ਵਿੱਚ ਤੀਖਣ ਬੁੱਧੀ ਆ ਜਾਂਦੀ, ਸ਼ਮਤਾ ਸਮਰੱਥਾ ਆ ਜਾਂਦੀ ਹੈ। ਸਾਰ ਗਹਿ ਸਭ ਤਿਆਗ ਅਸਾਰ, ਸਾਰੇ ਹੀ ਅਸਾਰ ਝੂਠ ਨੂੰ ਛੱਡ ਕੇ ਫਿਰ ਸਾਰ ਨੂੰ, ਸੱਚ ਨੂੰ, ਅਸਲੀਅਤ ਨੂੰ ਗ੍ਰਹਿਣ ਕਰ ਲੈਂਦਾ, ਧਾਰਨ ਕਰ ਲੈਂਦਾ ਹੈ। ਅੰਤਰ ਬ੍ਰਿਤੀ ਹੋਏ ਕਰ ਜਾਨੋ, ਵਹਿਰ ਨਹੀਂ ਕੁਛ ਸਭ ਇਸ ਮਾਹੀ। ਹੈ ਬਾਬਾ ਮਹਾਦੇਵ ਜੀਓ, ਇਹ ਸਾਰੀ ਅਵਸਥਾ ਨੂੰ ਮੰਨਣ ਵਾਸਤੇ ਤੁਹਾਨੂੰ ਬਾਹਰ ਦੇ ਨੇਤਰ ਬੰਦ ਕਰਨੇ ਪੈਣਗੇ। ਨਹੀਂ ਕਿ ਅੱਖਾਂ ਪਾੜ ਪਾੜ ਕੇ ਬਾਹਰ ਵੀ ਵੇਖੀ ਜਾਓ, ਕਿਹੜਾ ਆਇਆ ਕਿਹੜਾ ਗਿਆ, ਤੇ ਆਖੋ ਬ੍ਰਹਮ ਵੇਖ ਲਈ, ਆਤਮਾ ਵੇਖ ਲਈਏ। ਨਹੀਂ, ਇਹਦੇ ਵਾਸਤੇ ਇੰਦਰੀਆਂ ਨੂੰ ਸੰਕੋਚ ਕਰਨਾ ਪੈਂਦਾ ਹੈ। 10 ਇੰਦਰੀ ਕਰ ਰਾਖੈ ਵਾਸ, ਤਾਂ ਕਿ ਆਤਮੈ ਹੋਏ ਪ੍ਰਗਾਸ। ਕਿਤੇ ਨਹੀਂ ਲਿਖਿਆ ਕਿ ਇੰਦਰੀਆਂ ਨੂੰ ਖੁੱਲੇ ਛੱਡ ਦਵੋ ਤੇ ਰੱਬ ਵੇਖ ਲਵੋਗੇ। ਨਹੀਂ, ਇੰਦਰੀਆਂ ਨੂੰ ਵਸ ਵਿੱਚ ਕਰਨਾ ਪੈਂਦਾ ਹੈ। ਸੋ ਸਾਹਿਬ ਕਹਿਣ ਲੱਗੇ ਮਹਾਦੇਵ ਜੀਓ, ਅੰਤਰ ਬ੍ਰਿਤੀ ਹੋਏ ਕਰ ਜਾਣੋ, ਅੰਤਰਮੁਖ ਬਿਰਤੀ ਕਰਕੇ, ਅੰਤਰਮੁਖ ਹੋ ਕਰਕੇ ਤੁਸੀਂ ਇਸ ਅਵਸਥਾ ਨੂੰ ਜਾਣੋ। ਵੈਰ ਨਹੀਂ ਕੁਛ ਬਾਹਰ ਨਹੀਂ ਜੇ ਕੁਛ ਵੀ ਹੈਗਾ, ਸਭ ਇਸ ਮਾਹੇ, ਤੁਹਾਡੇ ਸਰੀਰ ਵਿੱਚ ਹੀ ਸਾਰਾ ਕੁਛ ਹੈ। ਭਗਤ ਪੀਪਾ ਜੀ ਗਗਨਾਉਣ ਦਾ ਰਾਜਾ ਸੀ। ਬਾਣੀ ਵਿੱਚ ਉਹਨਾਂ ਦਾ ਬਚਨ ਹੈ, ਭਗਤ ਬਾਬਾ ਰਾਮਾਨੰਦ ਜੀ ਦੀ ਸੰਗਤ ਕਰਕੇ 5 ਭਗਤ ਗੁਰੂ ਗ੍ਰੰਥ ਸਾਹਿਬ ਚ ਇਹੋ ਜਿਹੇ ਨੇ, ਇੱਕੋ ਹੀ ਮੁਰਸ਼ਿਦ ਦੇ ਸੇਵਕ ਨੇ ਬਾਬਾ ਰਾਮਾਨੰਦ ਜੀ ਦੇ। ਉਹਦੇ ਕੋਲੋਂ ਉਹਨਾਂ ਨੇ ਦੀਕਸ਼ਾ ਸਿੱਖਿਆ ਪ੍ਰਾਪਤ ਕਰਕੇ ਬ੍ਰਹਮ ਅਵਸਥਾ ਨੂੰ ਪ੍ਰਾਪਤ ਕੀਤਾ। ਭਗਤ ਪੀਪਾ ਜੀ ਵੀ ਭਗਤ ਬਾਬਾ ਕਬੀਰ ਸਾਹਿਬ ਜੀ ਦੇ, ਭਗਤ ਸੈਣ ਜੀ ਦੇ, ਭਗਤ ਧੰਨਾ ਜੀ ਦੇ ਗੁਰ ਭਾਈ ਸਨ। ਉਹਨਾਂ ਨੇ ਜਦੋਂ ਇਹ ਆਤਮਾ ਨੂੰ ਵੇਖਿਆ ਤੇ ਉਹਨਾਂ ਨੇ ਐਲਾਨੀਆਂ ਤੌਰ ਤੇ ਕਹਿ ਦਿੱਤਾ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪਰਨਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੇ। ਤੇ ਗੁਰੂ ਸਾਹਿਬ ਦਾ ਬਚਨ ਹੈ, ਗੁਰਮੁਖ ਹੋਵੈ ਸੋ ਕਾਇਆ ਖੋਜੈ, ਹੋਰ ਸਭ ਭਰਮ ਭੁਲਾਈ। ਗੁਰੂ ਵਾਲੇ ਪਾਸੇ ਜਿਹਦਾ ਮੂੰਹ ਹੈ, ਗੁਰਮੁਖ ਹੋ, ਫਿਰ ਆਪਣੇ ਆਪੇ ਦੀ ਖੋਜ ਕਰਦਾ ਹੈ, ਆਪਣੇ ਆਪੇ ਵਿੱਚੋਂ ਮਿਲਦਾ ਹੈ। ਗੁਰੂ ਸਾਹਿਬ ਕਹਿਣ ਲੱਗੇ ਮਹਾਦੇਵ ਜੀ, ਵੈਰ ਨਹੀਂ ਕੁਛ ਬਾਹਰ ਨਹੀਂ ਜੇ ਕੁਛ ਵੀ ਹੈ, ਸਭ ਇਸ ਮਾਹੇ, ਸਾਰਾ ਕੁਝ ਤੁਹਾਡੇ ਸਰੀਰ ਘਟ ਦੇ ਵਿੱਚ ਹੈ। ਆਤਮਾ ਨੂੰ ਵੇਖਣ ਵਾਸਤੇ ਤੁਸੀਂ ਆਪਣੀ ਬਿਰਤੀ ਨੂੰ ਅੰਤਰਮੁਖ ਕਰਨਾ ਕਰੋ। ਮਹਾਦੇਵ ਸੁਨ ਦ੍ਰਿਗ ਜੁਗ ਮੁੰਦੇ, ਅੰਤਰ ਬ੍ਰਿਤ ਤੇ ਪਹਿਰ ਨ ਆਹੇ। ਸਾਹਿਬਾਂ ਦੇ ਬਚਨ ਸੁਣਦਿਆਂ ਸਾਰ ਬਾਬਾ ਮਹਾਦੇਵ ਨੇ ਦ੍ਰਿਗ ਹੁੰਦੇ ਨੇਤਰ, ਦੋਵੇਂ ਨੇਤਰ ਬੰਦ ਕਰ ਲਏ ਤੇ ਹੁਣ ਬਿਰਤੀ ਨੂੰ ਬਾਹਰ ਜਾਣ ਵਾਲੇ ਪਾਸੇ ਤੋਂ ਰੋਕ ਲਿਆ, ਟਿਕਾ ਲਿਆ। ਦ੍ਰਿਗ ਜੁਗ ਮੁੰਦੇ, ਦ੍ਰਿਗ ਨੇਤਰ ਜੁਗ ਦੋਵੇਂ ਮੁੰਦੇ ਬੰਦ ਕਰ ਲਏ। ਇਹ ਨਹੀਂ ਕਿ ਇੱਕ ਅੱਖ ਬੰਦ ਕਰ ਲਈ ਤੇ ਇੱਕ ਨਾ ਟੀਰੀ ਜੀ ਨਾ ਖੋਲ ਕੇ ਵੇਖ ਲਿਆ, ਨਹੀਂ, ਐਨ ਅੱਖਾਂ ਬੰਦ ਕਰ ਲਈਆਂ। ਅੱਖਾਂ ਹੀ ਨਹੀਂ ਬੰਦ ਕੀਤੀਆਂ, ਮਨ ਦਾ ਦਰਵਾਜ਼ਾ ਬੰਦ ਕਰ ਦਿੱਤਾ, ਮਨ ਦੀ ਭਟਕਣਾ ਹੀ ਰੋਕ ਦਿੱਤੀ। ਜਦੋਂ ਹੀ ਬਾਬਾ ਮਹਾਦੇਵ ਨੇ ਐਸਾ ਕੀਤਾ, ਬ੍ਰਿਤ ਤੇ ਵੈਰ ਨਾ ਆਹੇ, ਜਿਹੜੀ ਬਿਰਤੀ ਬਾਹਰ ਮੁਖੀ ਸੀ ਨਾ, ਉਹ ਅੰਤਰਮੁਖ ਕਰ ਲਏ ਤੇ ਮਨ ਨੂੰ ਬਾਹਰ ਮੁਖੀ ਹੋਣ ਤੋਂ ਰੋਕ ਲਿਆ। ਤਤ ਛਿਨ ਲੱਗੀ ਸਮਾਦ ਅਚਲ ਚਿਤ, ਰਸ ਕੋ ਪਾਏ ਤਜਤ ਸੋਚ ਨਾਹੀ। ਦੇਖੀ, ਸਮਾਧੀ ਲੱਗਣ ਵਾਸਤੇ ਜੁਗਾਂ ਜੁਗਾਤਰਾਂ ਦੀ ਤਪੱਸਿਆ ਸਾਧਨਾ ਚਾਹੀਦੀ ਹੈ। ਨਹੀਂ, ਕਲਗੀਧਰ ਪਾਤਸ਼ਾਹ ਨੇ ਵੀ ਬਾਣੀ ਵਿੱਚ ਲਿਖਿਆ ਹੈ, ਇੱਕ ਛਿਨ ਲੱਗਦਾ, ਉਹ ਛਿਨ ਘਟ ਜਾਂਦਾ ਜਦੋਂ ਗੱਲ ਬਣ ਜਾਂਦੀ ਹੈ। ਭਾਈ ਸਾਹਿਬ ਕਹਿੰਦੇ ਇੱਥੇ ਛਿਨ ਲੱਗਾ, ਤਤ ਛਿਨ ਲੱਗੀ ਸਮਾਧ। ਕਿਹੋ ਜਿਹੀ ਸਮਾਧੀ ਲੱਗੀ ਕਿ 2 ਮਿੰਟਾਂ ਬਾਅਦ ਗੋਡੇ ਦੁਖਣ ਲੱਗ ਪਏ? ਨਹੀਂ, ਅਚਲ ਚਿਤ ਰਸ, ਅਚਲ ਸਮਾਧੀ ਲੱਗ ਗਈ, ਐਨ ਟਿਕਾ ਵਿੱਚ ਆ ਗਿਆ। ਤਨ ਵੀ, ਮਨ ਵੀ, ਸਰੀਰ, ਆਤਮਾ ਸਾਰੇ ਸਥਿਰ ਹੋ ਗਏ। ਤੁਰੰਤ ਭਾਈ ਸਾਹਿਬ ਕਹਿੰਦੇ ਅਚਲ ਗਹਿਰੀ ਸਮਾਧੀ ਲੱਗ ਗਈ। ਰਸ ਕੋ ਪਾਏ, ਹੁਣ ਆਤਮਾ ਦਾ ਰਸ ਪਾਉਣ ਲੱਗੇ। ਹੁਣ ਉਹ ਬ੍ਰਹਮਾ ਰਸ ਕੌਣ ਛੱਡ ਸਕਦਾ ਹੈ? ਜਦੋਂ ਤੱਕ ਤਾਂ ਨਹੀਂ ਸੀ ਨਾ ਪਤਾ, ਉਦੋਂ ਤੱਕ ਤਾਂ ਨਹੀਂ ਸੀ ਧਿਆਨ, ਪਰ ਜਦੋਂ ਇਹ ਰਸ ਛੋਡੇ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਉਹ ਬ੍ਰਹਮਾਨੰਦ ਦਾ ਰਸ ਜਦੋਂ ਪਛਾਣ ਲਿਆ ਨਾ, ਭਾਈ ਸਾਹਿਬ ਕਹਿੰਦੇ ਉਹ ਨਹੀਂ ਛੱਡਿਆ ਜਾਂਦਾ। ਰਸ ਕੋ ਪਾਏ ਤਜਤ ਸੋ ਨਾਹੇ, ਉਹ ਰਸ ਪਾ ਕੇ ਹੁਣ ਬਾਬਾ
ਮਹਾਦੇਵ ਜੀ ਉਸ ਰਸ ਨੂੰ ਛੱਡ ਨਹੀਂ ਸਕਦੇ। ਬੀਤ ਗਈ ਜੁਗ ਜਾਮ ਥਰਿਓ ਜਬ ਸ਼੍ਰੀ ਅਰਜਨ ਤਬ ਗਹਿ ਕਰ ਬਾਹੀ। ਔਰ ਸਮਾਧੀ ਵਿੱਚ ਸਮੇਂ ਦਾ ਅਭਾਵ ਹੋ ਜਾਂਦਾ, ਉੱਥੇ ਸਮਾਂ ਨਹੀਂ ਰਹਿੰਦਾ। ਜਿਹੜਾ ਕਹਿੰਦਾ ਨਾ ਮੈਂ ਤਾਂ ਜੇ ਘੰਟਾ ਬੈਠਾ ਰਿਹਾ ਪਤਾ ਨਹੀਂ ਲੱਗਾ, ਘੰਟੇ ਘੁੰਟੇ ਉੱਥੇ ਕੋਈ ਨਹੀਂ ਹੁੰਦੇ, ਉੱਥੇ ਤਾਂ ਐਂ ਲੱਗਦਾ ਜਿਵੇਂ ਜੇ ਹੁਣੇ ਬੈਠੇ ਸੀ, ਅਜੇ ਅੱਖਾਂ ਹੀ ਬੰਦ ਕੀਤੀਆਂ ਸਨ। ਸਾਰਾ ਕੁਛ ਉੱਥੇ ਅਭਾਵ ਹੋ ਜਾਂਦਾ। ਜਦੋਂ ਸੰਕਲਪ ਵਿਕਲਪ ਹੀ ਮੁੱਕ ਗਿਆ, ਉੱਥੇ ਸਮਾਂ ਹੁੰਦਾ ਹੀ ਨਹੀਂ। ਸੰਕਲਪ ਤੇ ਵਿਕਲਪ ਹੀ ਸਮਾਂ ਅਨੁਭਵ ਕਰਾਉਂਦੇ। ਜਿੱਥੇ ਸੰਕਲਪ ਵਿਕਲਪ ਹੀ ਨਹੀਂ ਹੈ, ਉੱਥੇ ਸਮੇਂ ਦਾ ਗੇੜ ਨਹੀਂ ਹੁੰਦਾ, ਉੱਥੇ ਸਮਾਂ ਹੁੰਦਾ ਹੀ ਨਹੀਂ। ਭਾਈ ਸਾਹਿਬ ਕਹਿੰਦੇ ਤੁਰੰਤ ਇਹੋ ਜਿਹੀ ਸਮਾਧੀ ਲੱਗੀ, 6 ਘੰਟੇ ਲੰਘ ਗਏ। ਜੁਗ ਜਾਮ, ਜਾਮ ਹੁੰਦਾ ਪੈਰ, 3 ਘੰਟਿਆਂ ਦਾ ਇੱਕ ਪੈਰ ਹੁੰਦਾ। ਜੁਗ ਜਾਮ ਥਿਰਿਓ 2 ਪੈਰ। ਇਸ ਤਰ੍ਹਾਂ 6 ਘੰਟੇ ਦਾ ਸਮਾਂ ਲਗਾਤਾਰ ਬਾਬਾ ਮਹਾਦੇਵ ਜੀ ਸਮਾਧੀ ਵਿੱਚ ਰਹੇ। ਤਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਾਬਾ ਮਹਾਦੇਵ ਦੀ ਬਾਂਹ ਫੜ ਕੇ ਹਿਲਾਈ। ਧਨ ਬ੍ਰਿਤ ਤੁਮਰੀ ਗੁਰ ਸੁਤ ਹੋ ਕਹੇ ਤਨਕ ਤੇ ਉਪਜਿਓ ਗਿਆਨ। ਸਾਹਿਬਾਂ ਨੇ ਬਾਬਾ ਮਹਾਦੇਵ ਜੀ ਦੀ ਬਿਰਤੀ ਉਥਾਨ ਕਰਨੀ ਚਾਹੀ, ਹੇਠਾਂ ਲਿਆਉਣੀ ਚਾਹੀ, ਤੇ ਨਾਲ ਮੁਖ ਤੋਂ ਬਚਨ ਕਹੇ ਧਨ ਬ੍ਰਿਤ ਤੁਮਰੀ ਗੁਰ ਸੁਤ ਹੈ। ਤੁਹਾਡੀ ਬਿਰਤੀ ਧਨ ਹੈ, ਧਨ ਤੁਹਾਡੀ ਲਗਨ, ਧਨ ਤੁਹਾਡੀ ਸੁਰਤ ਦਾ ਚੜਾਓ, ਧਨ ਤੁਹਾਡੀ ਲਿਵ, ਤੁਸੀਂ ਗੁਰੂ ਦੇ ਪੁੱਤਰ ਹੋ। ਕਹੇ ਤਨਕ ਤੇ ਤੁਹਾਨੂੰ ਅਜੇ ਥੋੜਾ ਜਿਹਾ ਹੀ ਕਿਹਾ ਸੀ, ਉਪਜਿਓ ਗਿਆਨ, ਤੁਹਾਨੂੰ ਆਤਮਾ ਦਾ ਗਿਆਨ ਪੈਦਾ ਹੋ ਗਿਆ ਹੈ। ਆਤਮ ਰੂਪ ਦੀ ਵਸਤੂ ਦੀ ਲਖਤਾ ਹੋ ਗਈ ਹੈ। ਲਾਹੋ ਸਮਾਦ ਬਹਿਰ ਕੀ ਅਬ ਤੁਮ ਜਗਤ ਆਪਨੋ ਰੂਪ ਪਛਾਨ। ਤੇ ਮਹਾਦੇਵ ਜੀ ਜਿਵੇਂ ਤੁਸੀਂ ਅੰਦਰ ਵੇਖਿਆ ਉਹਨਾਂ ਨੂੰ ਬਾਹਰ ਵੀ ਵੇਖੋ। ਇਹ ਨਹੀਂ ਕਿ ਬਾਹਰ ਤੁਸੀਂ ਸਾਰਿਆਂ ਨੂੰ ਦੁਸ਼ਮਣ ਵੇਖੋ ਤੇ ਅੱਖਾਂ ਬੰਦ ਕਰਕੇ ਆਖੋ ਜੀ ਅਸੀਂ ਤਾਂ ਬ੍ਰਹਮ ਦੇ ਦਰਸ਼ਨ ਕਰਦੇ ਹਾਂ। ਨਹੀਂ, ਇਹ ਪਖੰਡ ਹੈ। ਜਦੋਂ ਪਹਿਲਾਂ ਅੰਦਰ ਵੇਖੋਗੇ ਫਿਰ ਤੁਹਾਨੂੰ ਜ਼ਰੇ ਜ਼ਰੇ ਵਿੱਚ ਪ੍ਰਮਾਤਮਾ ਦੀ ਜੋਤ ਦਿਖਾਈ ਦੇਵੇਗੀ। ਤਾਈਏ ਸਾਹਿਬਾਂ ਨੇ ਕਿਹਾ ਹੈ ਜੈ ਜੈ ਵੇਖੋ ਤਹਿ ਹਜੂਰ, ਦੂਰ ਕਤਹੁ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਈਤ ਊਤ ਨਹੀਂ ਵਿਛੜੈ ਸੋ ਸੰਗੀ ਗਣੀਐ, ਕਿਤੇ ਨਹੀਂ ਜਾਂਦਾ ਵਿਛੜ ਕਰਕੇ, ਸਦਾ ਹੀ ਨਾਲ ਹੈ। ਫਿਰ ਸਾਰੇ ਥਾਵਾਂ ਤੇ ਉਹ ਨਜ਼ਰ ਪੈਂਦਾ ਹੈ। ਤੇ ਸਾਹਿਬ ਕਹਿਣ ਲੱਗੇ ਬਾਬਾ ਜੀ ਤੁਸੀਂ ਹੁਣ ਅੱਖਾਂ ਖੋਲੋ, ਸੁਰਤ ਨੂੰ ਬਾਹਰ ਮੁਖੀ ਕਰੋ। ਜੋ ਅੰਦਰ ਵੇਖਿਆ ਜੇ ਲਾਹੋ ਸਮਾਦ ਵੈਰ ਕੀ ਆਬ, ਹੁਣ ਤੁਸੀਂ ਬਾਹਰ ਦੀ ਸਮਾਧੀ ਲਾਓ। ਜਗਤ ਆਪਣੋ ਰੂਪ ਪਛਾਣ, ਜੋ ਤੁਹਾਡੀ ਆਤਮਾ ਨਾ ਉਹ ਸਾਰੇ ਜਗਤ ਵਿੱਚ ਹੀ ਉਹੀ ਆਤਮਾ ਹੈ। ਉਹ ਵੱਖਰੀਆਂ ਪ੍ਰਤੀਤ ਹੁੰਦੀਆਂ ਸਰੀਰਾਂ ਦੀ ਉਪਾਧੀ ਕਰਕੇ। 100 ਘੜਾ ਪਾਣੀ ਦਾ ਭਰਿਆ ਹੋਵੇ, ਚੰਦਰਮਾ ਸੂਰਜ ਇੱਕ ਹੈ, ਪਰ 100 ਘੜੇ ਵਿੱਚ 100 ਪਰਛਾਵਾਂ ਦਿਸੇਗਾ। ਉਹਦਾ ਅਕਸ 100 ਪ੍ਰਤੀਤ ਹੋਵੇਗਾ ਕਿ ਸ਼ਾਇਦ 100 ਚੰਦਰਮਾ 100 ਸੂਰਜ। ਬੱਚੇ ਵੇਖਣਗੇ ਤੇ ਬੱਚੇ ਐਸਾ ਕਰਨਗੇ ਜੀ ਆ ਮੇਰਾ ਸੂਰਜ ਵੱਖਰਾ, ਮੇਰਾ ਚੰਦਰਮਾ ਵੱਖਰਾ, ਆ ਮੇਰੇ ਘੜੇ ਵਿੱਚ ਹੈ। ਪਰ ਜਦੋਂ ਘੜੇ ਭੰਨ ਦਿੱਤੇ ਜਾਣ ਜਾਂ ਪਾਣੀ ਡੋਲ ਦਿੱਤਾ ਜਾਵੇ, ਉਹ ਸੂਰਜ ਇੱਕ ਦਾ ਇੱਕ ਹੀ ਹੈ। ਸੂਰਜ ਨਹੀਂ ਸੀ, ਉਹ ਘੜਿਆਂ ਦੀ ਉਪਾਧੀ ਕਰਕੇ ਵੱਖਰਾ ਦਿਸਦਾ ਸੀ। ਸਰੀਰ ਘੜੇ ਨੇ, ਆਤਮਾ ਬ੍ਰਹਮ ਦੀ ਅੰਸ਼ ਹੈ, ਸਾਰਿਆਂ ਵਿੱਚ ਹੈ, ਪਰ ਉਹ ਸਰੀਰ ਦੀ ਉਪਾਧੀ ਕਰਕੇ ਸੰਕਲਪਾਂ ਵਿਕਲਪਾਂ ਕਰਕੇ ਹੀ ਵੱਖਰਾ ਪ੍ਰਤੀਤ ਹੁੰਦਾ ਹੈ। ਤੇ ਸਾਹਿਬ ਕਹਿਣ ਲੱਗੇ ਸੰਕਲਪ ਤਾਂ ਰਹੇ ਨਾ। ਇਸ ਵਾਸਤੇ ਹੁਣ ਤੁਸੀਂ ਬਾਹਰ ਮੁਖੀ ਬਿਰਤੀ ਕਰਕੇ ਸੰਸਾਰ ਜਗਤ ਨੂੰ ਆਪਣਾ ਹੀ ਰੂਪ ਪਛਾਨਣਾ ਕਰੋ। ਸਾਰੇ ਸੰਸਾਰ ਵਿੱਚ ਆਪਣੀ ਹੀ ਜੋਤ ਵੇਖੋ। ਬ੍ਰਹਮ ਸੋ ਦੀਸੈ ਬ੍ਰਹਮ ਸੋ ਸੁਣੀਐ, ਤਿਸ ਬਿਨ ਊਨ ਨਹੀਂ ਕੋ ਥਾਨ। ਜਿਹੜਾ ਬ੍ਰਹਮ ਸੋ ਦਿਸੇ, ਤੁਹਾਨੂੰ ਅੰਦਰ ਬ੍ਰਹਮ ਦਿਸਿਆ ਨਾ, ਬ੍ਰਹਮ ਸੋ ਸੁਣੀਏ, ਬਾਹਰ ਵੀ ਉਸ ਬ੍ਰਹਮ ਨੂੰ ਸੁਣਨਾ ਕਰੋ। ਤਿਸ ਬਿਨ ਊਨ ਨਹੀਂ ਕੋ ਥਾਨ, ਕੋਈ ਥਾਂ ਐਸਾ ਨਹੀਂ ਜਿਹੜਾ ਬ੍ਰਹਮ ਤੋਂ ਊਨਾ ਹੋਵੇ। ਗੁਰੂ ਸਾਹਿਬ ਦਾ ਆਪਣਾ ਬਚਨ ਬ੍ਰਹਮ ਦੀਸੇ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ, ਏਕ ਬਿਨਾ ਨਹੀਂ ਜਾਣੀਐ। ਉਸ ਬ੍ਰਹਮ ਤੋਂ ਬਿਨਾ ਕੋਈ ਹੋਰ ਨਹੀਂ ਹੈ। ਇਸ ਵਾਸਤੇ ਜੋ ਅੰਦਰ ਹੈ ਉਹ ਬਾਹਰ, ਉਹ ਸਾਰੇ ਥਾਵਾਂ ਤੇ ਉਹੀ ਸੁਣਿਆ ਜਾਂਦਾ ਹੈ। ਗੁਰੂ ਸਾਹਿਬ ਜੀ ਦੀ ਉਹ ਅਵਸਥਾ ਹੈ। ਗੁਰੂ ਰਾਮਦਾਸ ਪਾਤਸ਼ਾਹ ਦਾ ਬਚਨ ਹੈ, ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਜਾਪਤ ਹੈ ਨਹੀਂ ਹੋਰ। ਮਿਰਗ ਮੀਨ ਪੰਖੇਰੂ ਪੰਛੀ,
ਮੱਛੀਆਂ ਜੋ ਵੀ ਭਾਸ਼ਾ ਬੋਲਦੀਆਂ, ਸਾਹਿਬ ਕਹਿੰਦੇ ਮੈਨੂੰ ਸਭ ਕੁਝ ਬ੍ਰਹਮ ਦੀ ਆਵਾਜ਼ ਸੁਣਾਈ ਦਿੰਦੀ। ਕੋਈ ਨਹੀਂ ਕਹਿ ਰਿਹਾ ਕਿ ਇਹ ਸਾਡੀ ਭਾਸ਼ਾ, ਕਹਿੰਦੇ ਉਹ ਬ੍ਰਹਮ ਦੀ ਭਾਸ਼ਾ, ਉਹ ਬ੍ਰਹਮ ਦੇ ਗੀਤ ਗਾ ਰਹੇ ਨੇ। ਹਰੇਕ ਪੰਛੀ ਦੀ ਆਵਾਜ਼ ਬ੍ਰਹਮ ਦੀ ਆਵਾਜ਼ ਹੈ। ਉਦੋਂ ਪ੍ਰਤੀਤ ਹੁੰਦੀ ਜਦੋਂ ਸਾਰੇ ਆਪਣੇ ਵਿੱਚ ਪਹਿਲਾਂ ਦਿਸੇ ਤੇ ਫਿਰ ਸਾਰਿਆਂ ਵਿੱਚ ਪ੍ਰਤੀਤ ਹੋ ਜਾਏ। ਸਾਹਿਬ ਕਹਿੰਦੇ ਉਸ ਬ੍ਰਹਮ ਤੋਂ ਬਿਨਾਂ ਕੋਈ ਹੋਰ ਥਾਂ ਐਸਾ ਨਹੀਂ ਕਿ ਜਿੱਥੇ ਬ੍ਰਹਮ ਦੀ ਊਣਤਾਈ ਹੋਵੇ, ਘਾਟ ਹੋਵੇ। ਉਹ ਤਾਂ ਸਾਰਿਆਂ ਜਲ ਥਲ ਮਈਲ ਪੂਰਿਆ, ਰਵਿਆ ਵਿੱਚ ਬਣਾ। ਜਲ ਥਲ ਮਈਲ ਰਹਿਆ ਭਰਪੂਰ, ਨਿਕਟ ਵਸੇ ਨਾਹੀ ਪ੍ਰਭ ਦੂਰ। ਉਹ ਸਾਰਿਆਂ ਥਾਵਾਂ ਵਿੱਚ ਪਰਿਪੂਰਨ ਹੈ। ਜਾਗਤ ਸੁਪਤ ਉਠਤ ਅਰ ਬੈਠਤ, ਫਿਰਤ ਸਥਿਤ ਇਕ ਰਸ ਬ੍ਰਿਤ ਠਾਨ। ਹੁਣ ਨਾ ਜਿਹੜੀ ਅਵਸਥਾ ਤੁਹਾਨੂੰ ਮਿਲੀ ਹੈ, ਇਸ ਅਵਸਥਾ ਵਿੱਚ ਜਾਗਤ ਜਾਗਦਿਆਂ, ਸੁਪਤ ਸੌਂਦਿਆਂ, ਉਠਤ ਉੱਠਦਿਆਂ, ਬੈਠਤ ਬਹਿੰਦਿਆਂ, ਫਿਰਤ ਫਿਰਦਿਆਂ, ਸਥਿਤ ਬੈਠਿਆਂ, ਇੱਕ ਰਸ ਬ੍ਰਿਤ ਠਾਨ, ਇੱਕ ਰਸ ਆਪਣੀ ਬਿਰਤੀ ਨੂੰ ਠਾਨ ਰੱਖਣਾ ਕਰੋ। ਦ੍ਰਿਗ ਉਘਾਰ ਕਰ ਅਨੁਜ ਬਿਲੋਕਿਓ, ਮਹਿਮਾ ਮਹਾ ਜਾਨ ਸੁਖ ਪਾਈ। ਤੇ ਦ੍ਰਿਗ ਹੁੰਦੇ ਨੇ ਨੇਤਰ। ਆਪਣੇ ਭਰਾਤਾ ਸਤਿਗੁਰੂ ਦਾ ਬਚਨ ਸੁਣ ਕੇ ਬਾਬਾ ਮਹਾਦੇਵ ਨੇ ਨੇਤਰ ਖੋਲੇ। ਦ੍ਰਿਗ ਉਘਾਰ, ਅੱਖਾਂ ਖੋਲ ਕੇ ਵੇਖਿਆ, ਮਹਿਮਾ ਮਹਾ ਜਾਨ ਸੁਖ ਪਾਏ। ਭਰਾਤਾ ਸਤਿਗੁਰੂ ਦੀ ਮਹਿਮਾ ਬੜੀ ਭਾਰੀ ਜਾਣ ਕੇ ਆਤਮ ਸੁਖ ਪਾਇਆ। ਜਦੋਂ ਮਹਿਮਾ ਜਾਣਿਆ, ਜਾਣੀ ਫੇਰ ਹੀ ਬੇਨਤੀ ਕੀਤੀ ਸੀ। ਮਹਿਮਾ ਨਾ ਜਾਣੀ ਜਿੰਨਾ ਚਿਰ, ਉਹਨਾਂ ਚਿਰ ਪਿਰਥੀ ਚੰਦ ਦੇ ਢਾਏ ਚੜ੍ਹ ਕੇ ਵੀ ਗੁਰੂ ਸਾਹਿਬ ਨੂੰ ਗੱਲਾਂ ਕਰਦੇ ਰਹੇ। ਜਦੋਂ ਮਹਿਮਾ ਜਾਣ ਲਈ ਕਦਰ ਹੋ ਗਈ ਨਾ, ਹੀਰੇ ਦੀ ਕਦਰ ਹੋ ਜਾਏ, ਫਿਰ ਹੀ ਉਹਦੇ ਵਾਸਤੇ ਕੀਮਤ ਹੈ। ਸੋ ਜਦੋਂ ਮਹਿਮਾ ਜਾਣੀ, ਭਾਈ ਸਾਹਿਬ ਕਹਿੰਦੇ, ਬਾਬਾ ਜੀ ਕਹਿਣ ਲੱਗੇ ਕਿ ਮਹਾਰਾਜ ਤੁਹਾਡੀ ਕਿਰਪਾ ਨਾਲ ਬੜਾ ਸੁਖ ਪਾਇਆ ਹੈ। ਨਿਸਵਾਸੁਰ ਕੀ ਮਹਾ ਸਮਾਧੀ, ਸੋ ਸਭ ਜਾਨੀ ਇਕ ਰਸ ਪਾਏ। ਨਿਸ ਤੇ ਬਾਸਰ, ਰਾਤ ਤੇ ਦਿਨ ਦੀ ਜਿਹੜੀ ਮਹਾ ਸਮਾਧੀ ਨਾ, ਡੂੰਘੀ ਸਮਾਧੀ, ਸੋ ਸਭ ਜਾਨੀ, ਉਹ ਸਾਰੀ ਜਾਣ ਲਈ ਇੱਕ ਰਸ ਪਾਏ। ਇੱਕ ਰਸ ਪ੍ਰੇਮ ਦੇ ਭਾਏ, ਪ੍ਰੇਮ ਵਿੱਚ ਟਿਕ ਕਰਕੇ। ਏਕ ਆਤਮਾ ਪੂਰਨ ਨਵ ਸਮ, ਅੰਤਰ ਵਹਿਰ ਬ੍ਰਹਮ ਦ੍ਰਿਸ਼ਟਾਈ। ਤੇ ਇੱਕੋ ਹੀ ਆਤਮਾ ਹੈ ਸਾਰਿਆਂ ਵਿੱਚ, ਪੂਰਨ ਨਭ ਸਮ। ਨਾ ਤਾਂ ਧਰਤੀ ਵਿਆਪਕ ਹੈ, ਨਾ ਹਵਾ ਵਿਆਪਕ ਹੈ। ਪੰਜ ਤੱਤ ਨੇ। ਪੰਜਾਂ ਤੱਤਾਂ ਦੇ ਵਿੱਚੋਂ ਜੇਕਰ ਇੱਕ ਤੱਤ ਵਿਆਪਕ ਹੈ ਤੇ ਉਹ ਆਕਾਸ਼ ਤੱਤ। ਇਸਲਾਮ ਵਾਲੇ ਇਸ ਨੂੰ ਮੰਨਦੇ ਹੀ ਨਹੀਂ। ਉਹ ਕਹਿੰਦੇ ਚਾਰ ਤੱਤ ਨੇ। ਇਸਲਾਮ ਦੀ ਫਿਲਾਸਫੀ ਕਹਿੰਦੀ ਹੈ ਕਿ ਪੌਣ ਹੈ, ਹਵਾ ਹੈ, ਇਹ ਮਿੱਟੀ ਹੈ, ਪਾਣੀ ਹੈ, ਇਹ ਚਾਰ ਤੱਤ ਹੀ ਨੇ ਤੇ ਆਕਾਸ਼ ਤੱਤ ਹੈ ਹੀ ਨਹੀਂ ਹੈ। ਇਸਲਾਮ ਵਾਲੇ ਨਹੀਂ ਮੰਨਦੇ ਪੰਜਾਂ ਤੱਤਾਂ ਨੂੰ। ਗੁਰਮਤਿ ਦੀ ਫਿਲਾਸਫੀ ਕਹਿੰਦੀ ਹੈ ਕਿ ਪੰਜ ਤਤ ਕਦ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਕੋਈ ਛੇਵਾਂ ਕਰਕੇ ਵਿਖਾਵੇ, ਅੱਜ ਤੱਕ ਕੋਈ ਛੇਵਾਂ ਤੱਤ ਪੈਦਾ ਨਹੀਂ ਕਰ ਸਕਿਆ। ਪੰਜਾਂ ਤੱਤਾਂ ਵਿੱਚੋਂ ਇੱਕ ਤੱਤ ਦਾ ਨਾਮ ਇੱਥੇ ਲਿਖਿਆ ਨਭ। ਨਭ ਕਹਿੰਦੇ ਆਕਾਸ਼ ਨੂੰ। ਆਕਾਸ਼ ਤੱਤ ਦਾ ਜਿਹੜਾ ਵਿਸ਼ਾ ਹੁੰਦਾ, ਸ਼ਬਦ ਹੁੰਦਾ ਹੈ। ਜਿੰਨੀਆਂ ਆਵਾਜ਼ਾਂ ਆ ਰਹੀਆਂ ਨੇ ਆਕਾਸ਼ ਤੱਤ ਦੇ ਕਾਰਨ ਹੀ ਹਨ। ਮਨੁੱਖ ਦੇ ਵਿੱਚ ਵੀ ਆਕਾਸ਼ ਤੱਤ ਹੈ। ਆਕਾਸ਼ ਦਾ ਅਰਥ ਹੁੰਦਾ ਖਾਲੀ ਥਾਂ, ਤੇ ਖਾਲੀ ਥਾਂ ਸਾਰਿਆਂ ਥਾਵਾਂ ਤੇ ਹੁੰਦਾ। ਆਕਾਸ਼ ਵਿਆਪਕ ਹੈ। ਸਾਡੇ ਅੰਦਰ ਖਾਲੀ ਥਾਂ ਨਾ ਹੋਵੇ ਤੇ ਰੋਟੀ ਕਿੱਥੇ ਜਾ ਕੇ ਪਵੇਗੀ। ਇੱਕ ਕਮਰਾ ਇੱਟਾਂ ਦਾ ਭਰ ਦਿੱਤਾ ਜਾਵੇ ਤੇ ਬਵੇਗਾ ਕੋਈ ਕਿੱਥੇ। ਹਵਾ ਆ ਜਾ ਰਹੀ, ਉਹਦੇ ਵਾਸਤੇ ਖਾਲੀ ਥਾਂ ਚਾਹੀਦੀ ਹੈ। ਹਵਾ ਮਿਲੇ ਤੇ ਫਿਰ ਹੀ ਪਾਣੀ ਇੱਧਰ ਉੱਧਰ ਜਾਂਦਾ ਹੈ। ਐਂ ਤੁੰਨ ਕੇ ਭਰ ਦਿੱਤੀ ਜਾਵੇ ਕੋਈ ਚੀਜ਼, ਉਹ ਬਾਹਰ ਹੀ ਨਹੀਂ ਨਿਕਲ ਸਕਦੀ। ਕਈ ਵਾਰੀ ਪਾਣੀ ਦੀ ਬੋਤਲ ਭਰੀ ਹੁੰਦੀ, ਮੋਦੀ ਵੀ ਕਰ ਦੇਵੋ ਤਾਂ ਵੀ ਨਹੀਂ ਡੁੱਲਦੀ। ਕਾਰਨ ਕੀ ਹੈ? ਉੱਥੇ ਜਗ੍ਹਾ ਹੀ ਨਹੀਂ ਹੈਗੀ ਹਵਾ ਪੈਣ ਵਾਸਤੇ। ਸੋ ਆਤਮਾ ਪੂਰਨ ਨਭ ਸਮ। ਨਭ ਕਹਿੰਦੇ ਆਕਾਸ਼ ਤੱਤ ਨੂੰ। ਜਿੱਦਾਂ ਆਕਾਸ਼ ਵਿਆਪਕ ਪੂਰਨ ਹੈ ਨਾ, ਹੁਣ ਕਿੰਨਾ ਸਮੁੰਦਰ ਹੈ, ਸਾਰੇ ਸਮੁੰਦਰ ਦੇ ਉੱਪਰ ਆਕਾਸ਼ ਹੈ। ਧਰਤੀ ਸਾਰੇ ਥਾਵਾਂ 'ਤੇ ਨਹੀਂ, ਪਾਣੀ ਸਮੁੰਦਰ ਸਾਰੇ ਥਾਵਾਂ 'ਤੇ ਨਹੀਂ, ਪਰ ਆਕਾਸ਼ ਜਿਹੜਾ ਉਹ ਸਾਰੇ ਥਾਵਾਂ 'ਤੇ ਹੀ ਹੈ। ਇਸ ਵਾਸਤੇ ਜਿਵੇਂ ਆਕਾਸ਼ ਵਿਆਪਕ ਹੈ, ਇਸੇ ਤਰ੍ਹਾਂ ਹੀ ਆਤਮਾ ਵੀ ਵਿਆਪਕ ਹੈ। ਅੰਤਰ ਵਹਿਰ ਬ੍ਰਹਮ ਦ੍ਰਿਸ਼ਟਾਏ। ਜਿਸ ਦਿਨ ਕਿਸੇ ਨੂੰ ਆਤਮਾ ਦਾ ਗਿਆਨ ਹੋ ਜਾਂਦਾ,
ਫਿਰ ਅੰਦਰ ਅੰਤਰ ਅੰਦਰ ਤੇ ਵਹਿਰ ਬਾਹਰ ਫਿਰ ਕੀ ਦਿਸਦਾ? ਬ੍ਰਹਮ ਦਿਸ਼ਟਾਏ, ਬ੍ਰਹਮੀ ਦਿਸਦਾ ਹੈ। ਭਗਤ ਬਾਬਾ ਨਾਮਦੇਵ ਜੀ ਨਾਲ ਪੰਡਤਾਂ ਬੜੀ ਈਰਖਾ ਕੀਤੀ। ਕਹਿੰਦੇ ਆਓ ਖੂਹ ਹੈ, ਉੱਥੋਂ ਪਾਣੀ ਭਰ ਕੇ ਲਿਆ, ਤੇ ਉਹ ਜਾਣਦੇ ਸੀ ਕਿ ਉੱਥੇ ਕੋਈ ਦੇਹ ਆਤਮਾ ਰਹਿੰਦੀ ਨੂੰ ਮਾਰ ਦੇਵੇਗਾ। ਉਹ ਜਦੋਂ ਗਏ ਸਨ ਤੇ ਵਾਕਈ ਦੇਵ ਆਤਮਾ ਨੇ, ਉਹਨੇ ਦੇਵ ਨੇ ਪਕੜ ਵੀ ਲਿਆ ਸੀ। ਤੇ ਭਗਤ ਜੀ ਨੇ ਫਿਰ ਬ੍ਰਹਮ ਦ੍ਰਿਸ਼ਟੀ ਸੀ ਉਹਨਾਂ ਦੀ, ਉਸ ਦੇਵ ਵਿੱਚੋਂ ਵੀ ਉਹਨਾਂ ਨੂੰ ਪਰਮਾਤਮਾ ਦੇ ਦੀਦਾਰ ਹੋਏ ਸਨ। ਉਹ ਬਚਨ ਉਹਨਾਂ ਬਾਣੀ ਵਿੱਚ ਉਚਾਰਨ ਦਿੱਤਾ ਹੈ। ਇਹੋ ਜਿਹੇ ਕਈ ਰੂਪਾਂ ਵਿੱਚ ਪਰਮਾਤਮਾ ਨੇ ਉਹਨਾਂ ਨੂੰ ਦੀਦਾਰ ਦਿੱਤੇ, ਭਾਵ ਕੇ ਅੰਦਰ ਬਾਹਰ ਫਿਰ ਜਿਨ੍ਹਾਂ ਦੀ ਬ੍ਰਹਮ ਦ੍ਰਿਸ਼ਟੀ ਹੈ ਉਹਨਾਂ ਨੂੰ ਬ੍ਰਹਮ ਹੀ ਦਿਸਦਾ ਹੈ। ਨਮਸਕਾਰ ਕਰ ਉਠਤ ਭਇਓ ਤਬ ਕਹਾਂ ਭਇਓ ਇਹ ਚਿਤ ਬਿਸਮਾਈ। ਨਮਸਕਾਰ ਕੀਤੇ ਗੁਰੂ ਅਰਜਨ ਦੇ ਪਾਤਸ਼ਾਹ, ਉਮਰ ਕਰਕੇ ਛੋਟੇ ਪਰ ਗੁਣਾ ਕਰਕੇ, ਆਤਮਾ ਕਰਕੇ, ਸਿੰਘਾਸਨ ਕਰਕੇ, ਰੁਤਬੇ ਕਰਕੇ, ਬ੍ਰਹਮ ਦਾ ਰੂਪ ਹੋਣ ਕਰਕੇ ਬੜੇ ਵੱਡੇ ਹਨ। ਹੁਣ ਵੱਡੇ ਹੁੰਦਿਆਂ ਵੀ ਬਾਬਾ ਮਹਾਦੇਵ ਨੇ ਗੁਰੂ ਅਰਜਨ ਦੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕਰਕੇ ਉੱਠਿਆ। ਕਹਾਂ ਪਏ ਹੋਏ, ਬੜਾ ਸੋਚਦਾ ਮਨ 'ਚ ਇਹ ਕੀ ਹੋਇਆ ਸੀ। 6 ਘੰਟੇ ਪਤਾ ਹੀ ਨਹੀਂ ਲੱਗਾ ਕਿ ਮੈਂ ਕਿੱਥੇ ਚਲਿਆ ਗਿਆ ਸੀ। ਇਹ ਕਿਹੋ ਜਿਹੀ ਅਵਸਥਾ ਸੀ। ਮੈਂ ਤਾਂ ਐਵੇਂ ਸਾਰੀ ਉਮਰ ਗਿਲੇ ਸ਼ਿਕਵੇ ਕਰਦਾ ਰਿਹਾ, ਭਰਾਤਾ ਗੁਰੂ ਦੇ ਨਾਲ ਐਵੇਂ ਆਕਾਰ ਨਹੀਂ, ਕਈ ਵਾਰੀ ਈਰਖਾ ਪੈਦਾ ਹੋ ਜਾਂਦੀ ਰਹੀ। ਪ੍ਰਿਥੀ ਚੰਦ ਦੇ ਆਖੇ ਲੱਗ ਕੇ ਇਹ ਕਿਹੋ ਜਿਹੀ ਅਵਸਥਾ ਸੀ, ਕਿਹੋ ਜਿਹਾ ਆਨੰਦ ਸੀ ਜਿੱਥੇ ਸਭ ਕੁਛ ਦਾ ਹੀ ਅਭਾਵ ਹੋ ਜਾਂਦਾ, ਸਮਾਂ ਹੀ ਸਮਾਪਤ ਹੋ ਜਾਂਦਾ ਹੈ। ਕਹਾਂ ਭਇਓ ਇਹ ਚਿੱਤ ਬਿਸਮਾਏ। ਬਾਬਾ ਜੀ ਦਾ ਚਿੱਤ ਜਿਹੜਾ ਬੜੇ ਬਿਸਮਾਦ ਅਵਸਥਾ ਵਿੱਚ, ਬਿਸਮਾਦ ਅਵਸਥਾ ਉਹ ਅਵਸਥਾ ਹੈ ਗੁਰੂ ਰਾਮਦਾਸ ਜੀ ਨੇ ਉਹਦਾ ਜ਼ਿਕਰ ਕੀਤਾ ਹੈ ਕਿ ਮਾਲਕ ਜੀ ਜਦੋਂ ਤੁਹਾਡੇ ਨਾਮ 'ਚ ਜੁੜਦੇ ਨਾ, ਮੈਂ ਉਸ ਅਵਸਥਾ ਵਿੱਚ ਪਹੁੰਚ ਜਾਂਦਾ ਜਿਹਨੂੰ ਬਿਸਮਾਦ ਦੀ ਅਵਸਥਾ ਕਹਿੰਦੀ ਹਾਂ, ਕਿਹਾ ਜਾਂਦਾ ਹੈ। ਮੈਂ ਉਸ ਅਵਸਥਾ ਬਾਰੇ ਦੱਸ ਤਾਂ ਨਹੀਂ ਸਕਦਾ, ਤੁਹਾਨੂੰ ਪ੍ਰੇਰਨਾ ਜ਼ਰੂਰ ਕਰ ਸਕਦਾ ਕਿ ਤੁਸੀਂ ਉਸ ਅਵਸਥਾ ਨੂੰ ਮਾਣੋ। ਬਾਬਾ ਕਬੀਰ ਸਾਹਿਬ ਨੂੰ ਪੁੱਛਿਆ ਉਹਦਾ ਰਸ ਕਿਹੋ ਜਿਹਾ ਹੈ, ਦੱਸੋ ਖਾਂ ਤੁਸੀਂ ਉਹ ਅਵਸਥਾ ਨੂੰ ਮਾਣਿਆ ਹੈ। ਤੇ ਉਹ ਕਹਿਣ ਲੱਗੇ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਮੈਂ ਤੁਹਾਨੂੰ ਦੱਸ ਵੀ ਦੇਵਾਂ ਨਾ ਉਹਦੀ ਸ਼ੋਭਾ ਨਹੀਂ ਹੋਵੇਗੀ ਕਿ ਉਹ ਇਹੋ ਜਿਹੀ ਹੈ, ਤੁਸੀਂ ਵੇਖ ਲਵੋ, ਮਾਣ ਲਵੋਗੇ ਤੇ ਫਿਰ ਤੁਹਾਨੂੰ ਪਤਾ ਲੱਗੇਗਾ। ਤੇ ਬਾਬਾ ਰਵਿਦਾਸ ਸਾਹਿਬ ਕਹਿੰਦੇ ਆ ਜਾਓ ਮੇਰੇ ਪਿੱਛੇ ਪਿੱਛੇ ਸਾਰੇ, ਤੁਸੀਂ ਵੀ ਉਸ ਅਵਸਥਾ ਤੇ ਪਹੁੰਚ ਜਾਵੋਗੇ। ਬੇਗਮਪੁਰਾ ਸਹਿਰ ਕੋ ਨਾਓ ਦੁਖ ਅੰਧੋ ਨਹੀਂ ਤੇ ਠਾਓ, ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਕੋਈ ਉੱਥੇ ਡਰ ਭਉ ਨਹੀਂ, ਕਿਸੇ ਤਰ੍ਹਾਂ ਦਾ ਕੋਈ ਲੈਣ ਦੇਣ ਨਹੀਂ, ਬੜਾ ਰਸ ਬੜਾ ਆਨੰਦ ਹੈ ਉੱਥੇ। ਤਾਂ ਸ਼ਹਿਨਸ਼ਾਹਾਂ ਬਾਦਸ਼ਾਹਾਂ ਵਾਲੀ ਅਵਸਥਾ ਹੈ। ਕਾਇਮ ਦੈਮ ਸਦਾ ਪਾਤਸ਼ਾਹੀ, ਉੱਥੋਂ ਦੀ ਬਾਦਸ਼ਾਹੀ ਸਦਾ ਸਥਿਰ ਰਹਿਣ ਵਾਲੀ ਹੈ। ਇਹ ਨਹੀਂ ਕਿ ਕਿਸੇ ਅੱਜ ਇੱਕ ਦਾ ਰਾਜ ਬਾਅਦ 'ਚ ਉਹਦੀਆਂ ਸਫਾਂ ਚੁੱਕੀਆਂ ਗਈਆਂ, ਦੂਜੇ ਦੀਆਂ ਸਫਾਂ ਵਿਛ ਗਈਆਂ, ਨਹੀਂ। ਕਾਇਮ ਦੈਮ ਸਦਾ ਪਾਤਸ਼ਾਹੀ, ਆਬਾਦਾਨ ਸਦਾ ਮਸ਼ਹੂਰ। ਉਹ ਸ਼ਹਿਰ ਬੜਾ ਮਸ਼ਹੂਰ ਹੈ, ਆ ਜਾਓ ਤੁਸੀਂ ਉਸ ਸ਼ਹਿਰ ਦੇ ਵਾਸੀ ਬਣੋ। ਹਾਂ, ਦੱਸਿਆ ਨਹੀਂ ਜਾ ਸਕਦਾ। ਬਾਬਾ ਮਹਾਦੇਵ ਜੀ ਨੇ ਉਸ ਅਵਸਥਾ ਨੂੰ ਮਾਣਿਆ, ਬੜੇ ਬਿਸਮਾਦ ਰਸ 'ਚ ਆ ਕੇ ਸੋਚਦੇ ਹਨ ਕਿ ਉਹ ਕਿਹੋ ਜਿਹੀ ਅਵਸਥਾ ਸੀ ਜਿਸ ਅਵਸਥਾ ਨੂੰ ਹੁਣੇ ਮਾਣਿਆ ਹੈ। ਸੋ ਭਾਈ ਸਾਹਿਬ ਅੱਗੇ ਦੱਸਦੇ ਹਨ, ਰਾਗ ਨ ਦ્વੈਸ਼ ਨ ਮੋਹ ਨ ਮਾਇਆ, ਪਰਦਾ ਮਿਟਿਓ ਪਛਾਨਿਓ ਏਕ। ਉਸ ਅਵਸਥਾ ਤੇ ਰਾਗ ਨਹੀਂ ਹੁੰਦਾ। 5 ਕਲੇਸ਼ ਨੇ, ਅਵਿਦਿਆ, ਅਸਮਤਾ, ਰਾਗ, ਦਵੇਸ਼ ਤੇ ਅਭਿਨਵੇਸ਼। ਇਹਨਾਂ 5 ਕਲੇਸ਼ਾਂ ਵਿੱਚੋਂ 2 ਕਲੇਸ਼ ਨੇ ਰਾਗ ਤੇ ਦਵੇਸ਼। ਆਪਣਿਆਂ ਨਾਲ ਰਾਗ ਦਾ ਅਰਥ ਹੁੰਦਾ ਹੈ ਮੋਹ ਹੋਣਾ, ਰਾਗ ਦਾ ਅਖਰੀ ਅਰਥ ਤਾਂ ਪ੍ਰੇਮ ਹੁੰਦਾ, ਪਰ ਇੱਥੇ ਰਾਗ ਤੋਂ ਭਾਵ ਹੈ ਮੋਹ। ਅੰਦਰ ਦੀ ਉਹ ਲਗਨ ਜਿਹੜੀ ਮਨੁੱਖ ਨੂੰ ਜਾਗਦਿਆਂ ਹੀ ਮੂਰਛਤ ਅਵਸਥਾ ਵਿੱਚ ਲੈ ਜਾਂਦੀ, ਬੇਹੋਸ਼ੀ ਵਿੱਚ ਟਿਕਾ ਕਰਕੇ ਰੱਖਦੀ ਹੈ। ਮੋਹ ਇਹੋ ਜਿਹੀ ਬਿਮਾਰੀ ਹੈ। ਉਸ ਅਵਸਥਾ ਵਿੱਚ ਰਾਗ ਨਾ ਦਵੇਸ਼, ਨਾ ਦਵੇਸ਼, ਦਵੇਸ਼ ਹੁੰਦਾ ਹੈ ਪੱਖਪਾਤ, ਈਰਖਾ, ਨਫ਼ਰਤ। ਨਾ ਉੱਥੇ ਰਾਗ ਮੋਹ ਹੈ, ਨਾ ਉੱਥੇ ਦਵੇਸ਼ ਹੈ। ਮੋਹ ਨਾ ਮਾਇਆ, ਮਾਇਆ ਦਾ ਮੋਹ ਵੀ ਨਹੀਂ। ਪਰਦਾ ਮਿਟਿਓ, ਜਿਹੜਾ ਪੜਦਾ ਸੀ, ਆਸਾਂ ਦੇਸਾਂ ਦੋਏ ਪਟ ਜੜੇ, ਭੰਬੀਰੇ ਕੇ ਪਾਂਤ ਪੜਦੋ, ਉਹ ਸਾਰੇ ਮਿਟ ਗਏ। ਹਉਮੈ ਦਾ ਪਰਦਾ ਦੂਰ ਹੋ ਗਿਆ, ਮਮਤਾ ਤੇ ਹੰਤਾ ਦਾ ਪਰਦਾ ਮੁੱਕ ਗਿਆ।
ਪਛਾਨਿਓ ਇੱਕ ਬ੍ਰਹਮ ਨੂੰ ਹੀ ਸਾਰੇ ਥਾਵਾਂ ਤੇ ਪਛਾਣ ਲਿਆ। ਇਕ ਦੋਇ ਦਿਨ ਪੁਨ ਬਸੇ ਤਿਸੀ ਪੁਰ ਅਤ ਸੁਖ ਪਾਇਸ ਪਰਮ ਵਿਵੇਕ। ਇੱਕ ਦੋ ਦਿਨ ਗੋਂਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਸਤਿਗੁਰੂ ਪਾਤਸ਼ਾਹ ਜੀ ਵਸੇ। ਬਾਬਾ ਮਹਾਦੇਵ ਵੀ ਉੱਥੇ ਰਹੇ ਤੇ ਇਸ ਤਰ੍ਹਾਂ ਬ੍ਰਹਮ ਅਵਸਥਾ ਦਾ ਵਿਵੇਕ ਅਵਸਥਾ ਦਾ ਬਾਬਾ ਮਹਾਦੇਵ ਨੇ ਸੁਖ ਪ੍ਰਾਪਤ ਕੀਤਾ। ਤਬ ਸ਼੍ਰੀ ਅਰਜਨ ਗਿਰਾ ਬਖਾਨੀ ਸੁਨੋ ਭਰਾਤ ਤਨ ਤਜਵੇ ਟੇਕ। ਤਦੋਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਚਨ ਕੀਤੇ ਕਿ ਹੇ ਭਰਾਤਾ ਜੀ ਸੁਨੋ, ਸਰੀਰ ਨੇ ਕਿੰਨਾ ਕੁ ਸਮਾਂ ਟਿਕਣਾ ਹੈ, ਕਦੋਂ ਕੋ ਛੁੱਟਦਾ ਹੈ, ਇਹਦੀ ਕੋਈ ਮਨਿਆਦ ਨਹੀਂ ਹੁੰਦੀ। ਇਸ ਸਮੇਂ ਇਸ ਵਾਸਤੇ ਤੁਹਾਨੂੰ ਪਤਾ ਲੱਗ ਚੁੱਕਾ ਹੈ ਕਿ ਸਰੀਰ ਦੀ ਮੋਹਲਤ ਬਾਕੀ ਕਿੰਨੀ ਕੁ ਰਹਿ ਗਈ ਹੈ। ਸੋ ਸਾਡਾ ਬਚਨ ਮੰਨੋ। ਦੋਏ ਦਿਵਸ ਮਹਿ ਪ੍ਰਾਨਨ ਤਿਆਗੋ ਬਸੈ ਇਹਾਂ ਹੈ ਸਿੱਖ ਅਨੇਕ। ਤੇ ਤੁਹਾਨੂੰ ਪਤਾ ਹੈ ਤੇ ਅਸੀਂ ਵੀ ਤੁਹਾਨੂੰ ਦੱਸ ਦਿੰਦੇ ਕਿ 2 ਦਿਨ ਸਵਾਸ ਬਾਕੀ ਰਹਿ ਗਏ ਹਨ। ਗੁਰੂ ਨਾਨਕ ਦੇ ਪਾਤਸ਼ਾਹ ਨੇ ਪੁੱਛਿਆ ਸੀ, ਭਾਈ ਮਰਦਾਨਾ ਜੀ ਕਿੰਨੇ ਸਵਾਸ ਬਾਕੀ? ਤੇ ਉਹਨਾਂ ਨੇ ਕਿਹਾ ਸੀ, ਮਹਾਰਾਜ 9 ਸਵਾਸ ਬਾਕੀ ਰਹਿ ਗਏ ਹਨ। ਮੁਲਤਾਨ ਤੋਂ ਪਰਾਂ ਜਾ ਕਰਕੇ ਇੱਕ ਦਰਿਆ ਹੈ, ਖੁਰਮ ਦਰਿਆ, ਉਹਦੇ ਕੰਢੇ ਤੇ ਅਰਬ ਦੇਸ਼ਾਂ ਦੀ ਯਾਤਰਾ ਕਰਦਿਆਂ ਆਉਂਦਿਆਂ ਹੋਇਆਂ ਭਾਈ ਸਾਹਿਬ ਜੀ ਨੇ ਆਪਣਾ ਸਰੀਰ ਦਾ ਚੋਲਾ ਉੱਥੇ ਤਿਆਗਿਆ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਗੋਦ ਵਿੱਚ ਬ੍ਰਹਮ ਗਿਆਨੀਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਕਿੰਨਾ ਸਮਾਂ ਬਾਕੀ ਹੈ। ਸਾਹਿਬਾਂ ਨੇ ਦੱਸ ਦਿੱਤਾ ਤੇ ਉਹਨਾਂ ਨੂੰ ਆਪ ਨੂੰ ਹੀ ਅਨੁਭਵ ਹੋ ਗਿਆ ਕਿ 2 ਦਿਨਾਂ ਵਿੱਚ ਸਰੀਰ ਛੁੱਟ ਜਾਣਾ। ਇਸ ਵਾਸਤੇ ਹੁਣ ਅੰਮ੍ਰਿਤਸਰ ਸਾਹਿਬ ਜਾਣ ਦੀ ਲੋੜ ਨਹੀਂ, ਇੱਥੇ ਰਹੋ, ਕਿਉਂਕਿ ਗੁਰੂ ਸਾਹਿਬ ਦੀ ਨਗਰੀ ਹੈ। ਸਾਡੇ ਨਾਨਾ ਸਤਿਗੁਰੂ, ਸਾਡੇ ਪਿਤਾ ਸਤਿਗੁਰੂ ਇੱਥੇ ਜੋਤੀ ਜੋਤ ਸਮਾਏ ਹਨ। ਅਨੇਕਾਂ ਗੁਰੂ ਕੇ ਸਿੱਖ ਸੇਵਕ ਇੱਥੇ ਹਨ। ਇਸ ਵਾਸਤੇ ਤੁਸੀਂ ਇੱਥੇ ਹੀ ਆਪਣਾ ਪੰਜ ਭੂਤਿਕ ਸਰੀਰ ਤਿਆਗਣਾ ਕਰੋ। ਪੰਚਮ ਗੁਰਦੇਵ ਨੇ ਬਾਬਾ ਮਹਾਦੇਵ ਜੀ ਨੂੰ ਇਹ ਸਲਾਹ ਦਿੱਤੀ, ਬਚਨ ਕੀਤਾ। ਸਾਹਿਬਾਂ ਦਾ ਬਚਨ ਮੰਨ ਕਰਕੇ ਬਾਬਾ ਮਹਾਦੇਵ ਜੀ ਨੇ ਆਪਣਾ ਪੰਜ ਭੂਤਿਕ ਸਰੀਰ ਰੂਪੀ ਚੋਲਾ ਗੋਂਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਤਿਆਗਿਆ। ਜਿਵੇਂ ਪੰਚਮ ਗੁਰਦੇਵ ਨੇ ਆਪਣੇ ਹੱਥੀਂ ਅੰਤਮ ਸੰਸਕਾਰ ਆਪਣੇ ਭਰਾਤਾ ਦਾ ਕੀਤਾ, ਉਹ ਭਾਈ ਸਾਹਿਬ ਜੀ ਅੱਗੇ ਸਾਰਾ ਗੁਰੂ ਦਾ ਇਤਿਹਾਸ ਸੁਣਾ ਰਹੇ ਹਨ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਸਤਿਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣ। ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਅੰਤਲੀਆਂ ਪੰਕਤੀਆਂ ਪੜ੍ਹਦਿਆਂ ਹੋਇਆਂ ਵਾਹਿਗੁਰੂ ਮੰਤਰ ਦਾ ਜਾਪ ਕਰਦਿਆਂ ਸਮਾਪਤੀ ਹੈ। ਤਬ ਸ਼੍ਰੀ ਅਰਜਨ ਗਿਰਾ ਬਖਾਨੀ ਸੁਨੋ ਭਰਾਤ ਤਨ ਤਜਵੇ ਟੇਕ। ਦੋਏ ਦਿਵਸ ਮਹਿ ਪ੍ਰਾਨਨ ਤਿਆਗੋ ਬਸੈ ਇਹਾਂ ਹੈ ਸਿੱਖ ਅਨੇਕ। ਵਾਹਿਗੁਰੂ
ਅਚੁੱਤ ਹੈ ਪਾਰ ਬ੍ਰਹਮ ਅਵਿਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਇਹ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਦਾਨ ਜਾ ਕੈ ਸਦਾ ਵਿਵੇਕ ਹੈ ਅਪਰੰਪਰ ਹਾਰ ਹਾਰੇ ਹੈ ਪੀ ਹੋਵਨਹਾਰ ਹੈ ਸੰਤ ਹੈ ਕੈ ਸਦਾ ਸੰਗ ਨੀਤਾਰਾ ਆਧਾਰ ਹੈ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ ਏਕ ਅੱਖਰ ਹਾਰ ਮਾਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਾਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਜੋ ਸ਼ਰਧਾ ਕਾਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।